ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਬੇਟੀ ਗੁਰਪ੍ਰੀਤ ਕੌਰ ਜੀ, ਪ੍ਰਭਜੋਤ ਸਿੰਘ, ਇਹ ਸਿਨਸਿਨੇਟੀ ਤੋਂ ਬੜੇ ਸਾਡੇ ਪਿਆਰੇ ਸਿੰਘ ਨੇ ਜੀ ਇਹ। ਪੂਨੇ ਇਹਨਾਂ ਦੇ ਫਾਦਰ ਕਰਨਲ ਰਿਪੁਦਮਨ ਸਿੰਘ ਔਰ ਇਹਨਾਂ ਦੇ ਮਦਰ ਪ੍ਰੋਫੈਸਰ ਨੇ ਪੂਨਾ ਯੂਨੀਵਰਸਿਟੀ 'ਚ। ਬਹੁਤ ਧੰਨਵਾਦ ਜੀ। ਆਪਾਂ ਅੱਜ ਸ਼ਬਦ ਵਿਚਾਰਨਾ ਹੈ। ਇਹ ਸ਼ਬਦ ਸਾਰਿਆਂ ਨੂੰ ਭੇਜਿਆ ਜਾ ਚੁੱਕਾ ਸੀ ਪਹਿਲਾਂ, ਇਸ ਕਰਕੇ ਮੈਂ ਦੁਬਾਰਾ ਸ਼ੇਅਰ ਨਹੀਂ ਸੀ ਕੀਤਾ। ਬੜੇ ਇਹਦੇ 'ਚ ਸੈਂਸਿਟਿਵ ਵਿਸ਼ੇ ਨੇ, ਬੜੇ ਧਿਆਨ ਦੇ ਨਾਲ ਆਪਾਂ ਸਾਰਾ ਕੁਝ ਸਰਵਣ ਕਰਨਾ। ਮੈਂ ਸੈਂਸਿਟਿਵ ਤਾਂ ਕਿਹਾ, ਕਈ ਵਾਰੀ ਸੁਣ ਕੇ ਲੱਗਦਾ ਕਿ ਸ਼ਬਦ ਦੀ ਐਕਸਪਲੇਨੇਸ਼ਨ ਕਿੱਧਰ ਨੂੰ ਜਾ ਰਹੀ ਹੈ। ਸੋ ਪਹਿਲਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਸੁਣਨਾ। ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਊਟ ਆਸਰਾ ਤੱਕ ਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਊਟ ਆਸਰਾ ਤੱਕ ਕੇ, ਬਾਣੀ ਦੇ ਵਿੱਚ ਰਹਿ ਕੇ ਇਹ ਸ਼ਬਦ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨੀ ਹੈ ਔਰ ਬਾਣੀ ਦੇ ਨਾਲ ਪ੍ਰਮਾਣ ਲੈ ਕੇ ਆਪਾਂ ਬਾਣੀ ਦੇ ਵਿੱਚੋਂ ਇਹਨਾਂ ਸ਼ਬਦਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਮੈਨੂੰ ਫੋਨ ਕੋਈ ਨਾ ਕਰੇ ਪਲੀਜ਼, ਔਰ ਟੈਕਸਟ ਪਾ ਲਓ WhatsApp ਤੇ, ਲੇਕਿਨ ਉਹ ਵੀ ਅਵੋਇਡ ਕਰੋ ਕਿਉਂਕਿ ਫਿਰ ਇੱਕ ਜਿਹੜਾ ਲਿੰਕ ਬਣਿਆ ਹੁੰਦਾ ਉਹ ਟੁੱਟ ਜਾਂਦਾ। ਗਰੁੱਪ ਦੇ ਵਿੱਚ ਜ਼ੂਮ ਦਾ ਲਿੰਕ ਸ਼ੇਅਰ ਹੈ ਔਰ ਪਲੀਜ਼ ਆਪਣੇ ਆਪ ਜੁਆਇਨ ਕਰੀ ਜਾਓ। ਬਾਕੀ ਸਾਰੇ ਕੰਮ ਵੀ ਆਪਾਂ ਸਿੱਖਦੇ ਹੀ ਹਾਂ, ਇਹ ਵੀ ਕੋਸ਼ਿਸ਼ ਕਰ ਲਓ। ਨਹੀਂ ਤਾਂ ਅਦਰਵਾਈਜ਼ ਮੈਨੂੰ ਵੀਕਡੇਜ਼ ਦੇ ਵਿੱਚ ਸਵੇਰੇ ਸ਼ਾਮ ਐਨੀ ਟਾਈਮ, ਲਾਈਕ ਸ਼ਾਮ ਨੂੰ 5-6 ਵਜੇ ਤੋਂ ਬਾਅਦ ਕਾਲ ਕਰਕੇ ਪੁੱਛ ਲਿਓ। ਸੋ ਜਸਟ ਜੁਆਇਨ ਕਰੋ ਔਰ ਅਵੋਇਡ ਕਰੋ ਕਿ ਕਾਲ ਜਾਂ ਮੈਨੂੰ ਟੈਕਸਟ ਨਾ ਕੀਤਾ ਜਾਵੇ। ਸੋ ਸ਼ਬਦ ਹੈ ਸੋਰਠ ਮਹੱਲਾ ਪੰਜਵਾਂ। ਇਹਦੀ ਰਹਾਉ ਦੀ ਤੁਕ ਹੈ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੁ ਸੁਣਹੁ ਪੜ੍ਹਹੁ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਜਿੱਦਾਂ ਪਿਛਲੀ ਵਾਰੀ ਆਪਾਂ ਸੰਤ ਹੋ ਦਾ ਕਨਸੈਪਟ ਲੈ ਕੇ ਆਏ ਸੀ, ਅੱਗੇ ਵੀ ਇਹ ਚੀਜ਼ਾਂ ਰਿਪੀਟ ਹੋਣਗੀਆਂ ਕਿਉਂਕਿ ਮਨ ਦੇ ਵਿਚਾਰ ਬਹੁਤ ਨੇ। ਬੜੇ 2-3-4 ਸਾਲ ਪਹਿਲਾਂ ਕਿਸੇ ਨੇ ਸਵਾਲ ਕੀਤਾ ਸੀ ਵੀ ਕਿਸੇ ਗੁਰਸਿੱਖ ਪਿਆਰਿਆਂ ਨੂੰ, ਮੈਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ, ਬੜੇ ਨਾਮ ਅਭਿਆਸੀ ਨੇ ਉਹ। ਕਹਿੰਦੇ ਜੇ ਨਾਮ ਹੀ ਜਪਣਾ ਸੀਗਾ ਤੇ ਇੰਨੀ ਗੁਰਬਾਣੀ ਲਿਖਣ ਦੀ ਕੀ ਲੋੜ ਪੈ ਗਈ, ਗੁਰੂ ਸਾਹਿਬਾਨ ਨੂੰ ਭਗਤਾਂ ਦੀ ਬਾਣੀ ਇਕੱਤਰ ਕਰਨ ਦੀ ਕੀ ਲੋੜ ਪੈ ਗਈ। ਉਹਨਾਂ ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਮਨ ਦੇ ਜਿਹੜੇ ਵਿਚਾਰ ਨੇ, ਇੱਕ ਦਿਨ ਦੇ ਵਿੱਚ ਅਰਾਊਂਡ 60,000 ਟਾਈਮਸ ਇਹ ਵਿਚਾਰ ਲੈਂਦਾ। 60,000 ਥਾਟਸ ਮਨ ਦੇ ਵਿੱਚ ਚੱਲਦੇ ਆ। ਸੋ ਇਹਨਾਂ ਮਨ ਨੂੰ ਸਮਝਾਉਣਾ, ਹਰ ਅੰਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਣੀ ਦੇ ਵਿੱਚ ਹਰ ਅੰਕ ਦੇ ਉੱਤੇ ਮਨ ਨੂੰ ਸੰਬੋਧਨ ਹੋ ਕੇ, ਮਨ ਨੂੰ ਪਿਆਰ ਨਾਲ, ਗੁੱਸੇ ਨਾਲ ਵੀ ਕਿਹਾ, ਹਿਚਕੇ ਤਾਂ ਪ੍ਰੇਮ ਕੇ ਚਾਬੁਕ ਮਾਰੇ। ਮਨ ਦੀ ਗੱਲ ਕੀਤੀ ਹੈ। ਜੇ ਕਹਿੰਦੇ ਖੇਚਲ ਦੇ ਰਿਹਾ ਤੇ ਇਹਨੂੰ ਪ੍ਰੇਮ ਦੇ ਚਾਬੁਕ ਮਾਰ ਕੇ ਸਿੱਧਾ ਕਰੋ। ਸੋ ਇਹ ਇੰਨੇ ਪੋਜ਼ਿਟਿਵ ਥਾਟਸ ਨੇ ਗੁਰਬਾਣੀ ਦੇ ਵਿੱਚ। ਗੁਰਬਾਣੀ 'ਚ ਇੰਨੀ ਕਲਾ ਹੈ, ਇੰਨਾ ਸੁੰਦਰ ਖੂਬਸੂਰਤ ਗਿਆਨ ਹੈ, ਜਿਹੜਾ ਗਿਆਨ ਗੁਰੂ ਸਾਹਿਬਾਨ ਤੋਂ ਪਹਿਲਾਂ ਨਹੀਂ ਸੀ। ਇਹ ਗਿਆਨ ਨੂੰ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ।
ਔਰ ਆਪਾਂ ਕੋਸ਼ਿਸ਼ ਕਰਕੇ ਗਿਆਨ ਦੇ ਨਾਲ ਸਾਂਝ ਪਾਉਣੀ ਹੈ, ਇਹ ਸਾਡਾ ਫਰਜ਼ ਹੈ। ਬਾਕੀ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਬਾਅਦ 'ਚ ਨੇ। ਜੇਕਰ ਆਪਾਂ ਆਪਣੇ ਗੁਰੂ ਨੂੰ ਜਾਣਦੇ ਹੀ ਨਹੀਂ ਆ, ਆਪਾਂ ਨੂੰ ਪਤਾ ਹੀ ਨਹੀਂ ਸਾਡੇ ਗੁਰੂ ਨੇ ਸਾਨੂੰ ਕੀ ਗਿਆਨ ਦੇਣਾ ਹੈ ਜਾਂ ਕੀ ਗਿਆਨ ਦੇ ਰਹੇ ਆ, ਤੇ ਬਾਕੀ ਹੋਰ ਜਿਹੜੇ ਆਪਾਂ ਖੇਚਲ ਕਰਦੇ ਆ, ਗੁਰੂ ਗ੍ਰੰਥ ਸਾਹਿਬ ਤੇ ਸੁੰਦਰ ਰੁਮਾਲੇ ਰੱਖਦੇ ਆ, ਚਾਨਣੀਆਂ ਮਹਿੰਗੀਆਂ ਲਾਉਣੇ ਆ, ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣਾ ਹੁੰਦਾ ਹੈ। ਠੀਕ ਹੈ, ਸਤਿਕਾਰ ਹੈ, ਬਿਲਕੁਲ ਹੋਣਾ ਚਾਹੀਦਾ ਹੈ। ਆਪਾਂ ਪੰਜ ਸਿੰਘ ਨਾਲ ਇਕੱਤਰ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਨਹੀਂ ਕਹਿੰਦਾ ਨਹੀਂ ਹੋਣੇ ਚਾਹੀਦੇ, ਸਤਿਕਾਰ ਹੋਣਾ ਚਾਹੀਦਾ, ਲੇਕਿਨ ਉਹ ਜੇ 5 ਸਿੰਘ ਨਾਲ ਜਾਣ ਵਾਲੇ ਗੁਰੂ ਨੂੰ ਜਾਣਦੇ ਹੀ ਨਹੀਂ ਆ, ਤੇ ਉਹ ਕੀ ਸਤਿਕਾਰ ਕਰਨਗੇ? ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਗੁਰੂ ਸਾਡਾ ਕੀ ਕਹਿ ਰਿਹਾ ਹੈ, ਗੁਰੂ ਦਾ ਆਬਜੈਕਟਿਵ ਕੀ ਹੈ, ਅਸੀਂ ਕਿੱਥੇ ਪਹੁੰਚਣਾ ਹੈ ਅਧਿਆਤਮ ਦੇ ਸਫ਼ਰ ਦੇ ਵਿੱਚ? ਇਹ ਗੱਲਾਂ ਸਾਰੀਆਂ ਪਿੱਛੇ ਹੀ ਰਹਿ ਜਾਂਦੀਆਂ ਨੇ। ਸਭ ਤੋਂ ਮੁੱਖ ਗੱਲ ਹੈ ਕਿ ਆਪਣੇ ਗੁਰੂ ਨੂੰ ਜਾਣੋ। ਮੈਂ ਗੱਲ ਕਰ ਰਿਹਾ ਸੀ ਪਿਛਲੀ ਵਾਰੀ ਸੰਤ ਹੋ ਦਾ ਜਿਹੜਾ ਕਨਸੈਪਟ ਸੀ, ਅੱਗੇ ਵੀ ਆਏਗਾ, ਰਿਪੀਟ ਹੋਏਗਾ ਕਈ ਵਾਰੀ। ਇਸੇ ਤਰ੍ਹਾਂ ਅੱਜ ਇਹਦੇ ਵਿੱਚ ਨਵਾਂ ਕਨਸੈਪਟ ਆਏਗਾ। ਵਿਧੀ ਸਾਡੀ ਉਹੀ ਰਹਿਣੀ ਹੈ, ਪਹਿਲਾਂ ਰਹਾਉ ਦੀ ਤੁਕ, ਫਿਰ ਪਹਿਲੇ ਨੰਬਰ ਦੀ ਤੁਕ, ਫਿਰ ਰਹਾਉ, ਫਿਰ ਦੂਜੀ, ਫਿਰ ਰਹਾਉ, ਫਿਰ ਤੀਜੀ, ਫਿਰ ਚੌਥੀ ਤੁਕ, ਫਿਰ ਰਹਾਉ। ਹਰ ਅੰਕ ਤੋਂ ਬਾਅਦ ਆਪਾਂ ਰਹਾਉ ਰਿਪੀਟ ਕਰਨਾ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤਰਸ ਕਰਿਓ, ਆਪ ਜੀ ਨੇ ਹੀ ਇਹ ਵਿਚਾਰ ਸੰਗਤਾਂ ਨਾਲ ਸਾਂਝੀ ਕਰਾਉਣੀ ਹੈ। ਸ਼ਬਦ ਦਾ ਜ਼ਿਕਰ ਆ ਰਿਹਾ, ਦੱਦੇ ਨੂੰ ਔਂਕੜ ਹੈ। ਕਹਿੰਦੇ ਇਹ ਜਿਹੜੀ ਦੇਖੋ, ਇੱਕ ਗੁਰਬਾਣੀ ਹੈ, ਇੱਕ ਗੁਰਬਾਣੀ ਹੈ, ਇੱਕ ਪ੍ਰਭ ਬਾਣੀ ਹੈ, ਇੱਕ ਅੰਮ੍ਰਿਤ ਬਾਣੀ ਹੈ। ਆਪਾਂ ਸਾਰੀਆਂ ਚੀਜ਼ਾਂ ਹੌਲੀ ਹੌਲੀ ਕਲੀਅਰ ਕਰਾਂਗੇ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਪ੍ਰਭ ਬਾਣੀ ਕਹਿ ਕੇ ਅੱਗੇ ਸ਼ਬਦ ਲਿਖਿਆ ਔਰ ਦੱਦੇ ਨੂੰ ਔਂਕੜ ਦਿੱਤਾ। ਇਹਦਾ ਮਤਲਬ ਇੱਕੋ ਸ਼ਬਦ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦੇ ਇਹ ਜਿਹੜੀ ਬਾਣੀ ਹੈ, ਸ਼ਬਦ ਦਾ ਜਿਹੜਾ ਜਪਣਾ, ਕਿਉਂਕਿ ਦੇਖੋ ਪੁਰਾਣੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਯਾਦ ਹੋਣਾ, ਜਿਹੜੇ ਇੰਡੀਆ 'ਚ ਰੇਡੀਓ ਸੁਣਦੇ ਹੁੰਦੇ ਸੀ ਜਦੋਂ ਆਪਾਂ ਸਾਰੇ ਨਿੱਕੇ ਹੁੰਦੇ ਸੀ, ਤੇ ਉਹ ਕਹਿੰਦੇ ਸੀ ਰੇਡੀਓ ਆਕਾਸ਼ਵਾਣੀ, ऑल इंडिया रेडियो। ये आकाशवाणी आप ऑल इंडिया रेडियो से श्रवण कर रहे हैं। ਆਕਾਸ਼ਵਾਣੀ ਕਿਉਂਕਿ ਉਹ ਤਰੰਗਾਂ ਦੇ ਰਾਹੀਂ ਸਾਡੇ ਰੇਡੀਓ ਦੇ ਵਿੱਚ ਆਉਂਦੀ ਸੀ। ਹੁਣ ਇਹ ਜਿਹੜੀ ਹੈ ਪ੍ਰਭ ਬਾਣੀ, ਗੱਲ ਉਹੀ ਹੈ, ਸ਼ਬਦ ਹੈ, ਇਹ ਇੱਕ ਸ਼ਬਦ ਦੀ ਬਾਣੀ ਹੈ ਜਿਹੜੀ ਪ੍ਰਭ ਬਾਣੀ ਹੈ। ਜਿਹੜੇ ਇਹ ਸ਼ਬਦ ਆਪਾਂ ਪੜ੍ਹ ਰਹੇ ਨੇ, ਭੁਲੇਖਾ ਨਾ ਖਾਇਓ, ਇਹ ਵੀ ਬਾਣੀ ਹੈ, ਲੇਕਿਨ ਜਿਹੜੀ ਆਪਾਂ ਰੈਪੀਟੀਸ਼ਨ ਆਫ ਨਾਮ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਨੂੰ ਵੀ ਬਾਣੀ ਕਿਹਾ। ਸੋ ਪ੍ਰਭ ਬਾਣੀ ਸ਼ਬਦ ਸੁਭਾਖਿਆ। ਇੱਕ ਹੁੰਦੀ ਹੈ ਭਾਖਿਆ ਬੋਲੀ, ਵੀ ਭਾਈ ਤੂੰ ਚੰਗੀ ਭਾਖਿਆ ਬੋਲਿਆ ਕਰ ਭਾਸ਼ਾ, ਇਹ ਹੈ ਸੁਭਾਖਿਆ। ਕਹਿੰਦੇ ਇਹਦੇ ਵਰਗੀ ਤੇ ਭਾਸ਼ਾ ਹੀ ਕੋਈ ਨਹੀਂ ਗੀ, ਸ਼ਬਦ ਦੇ ਜਪਣ ਵਰਗੀ ਤੇ ਭਾਖਿਆ ਹੀ ਕੋਈ ਹੈ ਨਹੀਂ ਹੋਰ। ਇਹੀ ਪ੍ਰਭ ਬਾਣੀ ਹੈ, ਇਹੀ ਸ਼ਬਦ ਹੈ, ਤੇ ਇਹ ਸਭ ਤੋਂ ਉੱਤਮ ਭਾਖਿਆ ਹੈ, ਸਭ ਤੋਂ ਉੱਤਮ ਬੋਲੀ ਹੈ। ਕਹਿਣ ਤੋਂ ਭਾਵ ਕਿ ਜਪੋ ਤਾਂ ਇੱਕੋ ਨਾਮਾ, ਅਵਰ ਨਿਰਾ ਫਲ ਕਾਮਾ। ਇਹ ਸਾਰੀ ਇਹ ਬਾਬੇ ਨਾਨਕ ਦੀ ਬਾਣੀ ਹੈ। ਆਪਾਂ ਜਿਹੜਾ ਸ਼ਬਦ ਪੜ੍ਹ ਅੱਜ ਛੋ ਰਹੇ ਹਾਂ, ਇਹ ਹੈ
महले पंजवें दी बाणी, लेकिन जिहड़ा इहदा बेस है वो थ्योरी जिहड़ी चलेगी वो ਉਹੀ चलेगी जो बाबे नानक ने बख्शिश की है। ਕਹਿੰਦੇ ਇਹਦੇ ਵਰਗੀ ਤੇ ਹੋਰ ਬੋਲੀ ਕੋਈ ਨਹੀਂ, ਹੋਰ ਭਾਵੇਂ ਸਾਰਾ ਕੁਝ ਰਹਿ ਜੇ, ਪਰ ਇਹ ਜਿਹੜੀ ਸੁਭਾਖਿਆ ਹੈ, ਜਿਹੜੀ ਅਤੀ ਉੱਤਮ ਬੋਲੀ ਹੈ, ਜਿਹੜੀ ਅਤੀ ਉੱਤਮ ਬਾਣੀ ਹੈ, ਜਿਹੜੀ ਅਤੀ ਉੱਤਮ ਪ੍ਰਭ ਬਾਣੀ ਹੈ, ਅਤੀ ਉੱਤਮ ਸ਼ਬਦ ਹੈ, ਕਿਤੇ ਇਹ ਨਾ ਮੈਂ ਬੋਲਣੋਂ ਰਹਿ ਜਾ। ਇਹ ਆਪਣੀ ਗੱਲ ਕਰ ਰਹੇ ਮਹੱਲਾ ਪੰਜਵਾਂ। ਇੱਕ ਇੱਕ ਜਗਿਆਸੂ ਦੀ ਥਾਂ ਤੇ ਆ ਕੇ ਸਾਨੂੰ ਸਮਝਾਉਣ ਖਾਤਰ ਇਹ ਬਾਣੀ ਉਸੇ ਤਰ੍ਹਾਂ ਉਚਾਰ ਰਹੇ ਆ। ਅੱਛਾ, ਫੇਰ ਹੈ ਗਾਵ ਹੋ ਹਾਹੇ ਨੂੰ ਔਂਕੜ, ਸੁਣ ਹੋ ਹਾਹੇ ਨੂੰ ਔਂਕੜ, ਪੜ੍ਹ ਹੋ ਹਾਹੇ ਨੂੰ ਔਂਕੜ। ਇੱਥੇ ਇੱਕ ਨਵਾਂ ਸਾਡੇ ਕੋਲ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕਰਨੀ ਹੈ। ਕਹਿੰਦੇ ਇਹ ਜਿਹੜੀ ਸ਼ਬਦ ਦੀ ਭਾਖਿਆ ਹੈ, ਅਤੀ ਉੱਤਮ ਜਿਹੜੀ ਪ੍ਰਭ ਬਾਣੀ ਹੈ, ਮੈਂ ਕੀ ਕਰ ਰਿਹਾ? ਮੈਂ ਇਹਨੂੰ ਗਾਵ ਹੂੰ। ਇਹ ਹਾਹੇ ਨੂੰ ਔਂਕੜੇ ਤੇ ਉੱਤੇ ਨਾਸਕੀ ਉਚਾਰਨ ਹੋਏਗਾ। ਮੈਂ ਇਹਨੂੰ ਗਾ ਰਿਹਾ। ਸੁਣ ਹੂੰ, ਮੈਂ ਇਹਨੂੰ ਸੁਣ ਰਿਹਾ। ਪੜ੍ਹ ਹੂੰ, ਮੈਂ ਇਹਨੂੰ ਪੜ੍ਹ ਰਿਹਾ। ਕਿਉਂ? ਕਿਉਂਕਿ ਇਹ ਨਿਤ ਭਾਈ ਮੈਨੂੰ ਸਦਾ ਸਦਾ ਵਾਸਤੇ ਇਹ ਭਾਗ ਹੀ ਹੈ। ਭਾਈ ਦਾ ਮਤਲਬ ਇੱਥੇ ਭਰਾ ਨਹੀਂ ਹੈ। ਭਾਈ ਦਾ ਮਤਲਬ ਹੈ ਇਹ ਮੈਨੂੰ ਭਾਗ ਹੀ ਹੈ। ਮੈਨੂੰ ਕੋਈ ਚੀਜ਼ ਚੰਗੀ ਲੱਗੂਗੀ ਤਾਂ ਹੀ ਮੈਂ ਕਹੂੰਗਾ ਵੀ ਇਹ ਚੀਜ਼ ਬਹੁਤ ਵਧੀਆ। ਉਹ ਮਹੱਲਾ ਪੰਜਵਾਂ ਗਿਆਨ ਦੇ ਰਿਹਾ, ਕਹਿੰਦੇ ਸੁਭਾਖਿਆ ਹੈ ਤੇ ਚੀਜ਼ ਹੀ ਬਹੁਤ ਵਧੀਆ ਹੈ, ਮੈਨੂੰ ਭਾਗ ਹੀ ਹੈ। ਮੈਂ ਇਹਨੂੰ ਹੀ ਗਾ ਰਿਹਾ, ਇਹਨੂੰ ਹੀ ਸੁਣ ਰਿਹਾ, ਇਹਨੂੰ ਹੀ ਪੜ੍ਹ ਰਿਹਾ। ਗੁਰਪੂਰੇ ਤੂੰ ਰਾਖਿਆ। ਉਹ ਪਾਤਸ਼ਾਹ ਇਹ ਤੇ ਤੂੰ ਰੱਖ ਲਿਆ ਮੈਨੂੰ, ਇਹ ਤੇ ਬੜਾ ਤਰਸ ਕੀਤਾ ਮੇਰੇ ਤੇ ਕਿ ਇੰਨੀ ਅਤੀ ਉੱਤਮ ਬਾਣੀ, ਇੰਨਾ ਅਤੀ ਉੱਤਮ ਸ਼ਬਦ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਵਰਗੀ ਤੇ ਹੋਰ ਭਾਖਿਆ ਹੀ ਕੋਈ ਨਹੀਂ ਹੈ। ਤੇ ਮੈਂ ਕੀ ਕਰ ਰਿਹਾ? ਮੈਂ ਇਹਨੂੰ ਗਾ ਰਿਹਾ, ਇਹਨੂੰ ਸੁਣ ਰਿਹਾ, ਇਹਨੂੰ ਪੜ੍ਹ ਰਿਹਾ, ਕਿਉਂਕਿ ਇਹ ਮੈਨੂੰ ਸਦਾ ਸਦਾ ਵਾਸਤੇ ਭਾਗ ਹੀ ਹੈ। ਸੋ ਭਾਖਿਆ ਜਿਹੜੀ ਹੈ ਅਤੀ ਉੱਤਮ ਭਾਖਿਆ, ਇਹ ਮੈਨੂੰ ਸਦਾ ਵਾਸਤੇ ਭਾਗ ਹੀ ਹੈ। ਨਿਤ ਭਾਈ ਗੁਰਪੂਰ ਹੈ ਤੂੰ ਰਾਖਿਆ। ਪਾਤਸ਼ਾਹ ਇਹ ਤੇ ਬੜਾ ਤਰਸ ਕੀਤਾ, ਤੁਸੀਂ ਰੱਖ ਲਿਆ ਹੈ ਮੈਨੂੰ, ਇਹ ਸ਼ਬਦ ਦੇ ਕੇ ਬੜਾ ਤਰਸ ਕੀਤਾ ਮੇਰੇ ਤੇ। ਰਹਾਓ, ਇਹ ਸ਼ਬਦ ਦਾ ਘਰ ਹੈ, ਇਹ ਸ਼ਬਦ ਦਾ ਬੇਸ ਹੈ। ਹੁਣ ਆਓ ਆਪਾਂ ਇਸ ਚੀਜ਼ ਨੂੰ ਖੋਲੀਏ ਕਿ ਪ੍ਰਭ ਬਾਣੀ ਸ਼ਬਦ ਹੈ, ਇਹ ਸੁਭਾਖਿਆ ਕਿੱਦਾਂ ਹੈ? ਮੈਂ ਇਹਨੂੰ ਕਿਉਂ ਗਾਉਣਾ ਹੈ, ਇਹਨੂੰ ਕਿਉਂ ਸੁਣਨਾ ਹੈ, ਇਹਨੂੰ ਕਿਉਂ ਪੜ੍ਹਨਾ ਹੈ? ਜਿਹੜੀ ਚੀਜ਼ ਮੈਨੂੰ, ਜਿਹੜੀ ਇਹ ਭਾਖਿਆ ਮੈਨੂੰ ਸਦਾ ਸਦਾ ਵਾਸਤੇ ਭਾ ਗਈ ਹੈ, ਉਹ ਕੌਣ ਹੈ ਜਿਹਨੇ ਮੈਨੂੰ ਰੱਖ ਲਿਆ, ਜਿਹਨੇ ਮੇਰੀ ਰੱਖਿਆ ਕੀਤੀ ਹੈ, ਜਿਹਨੇ ਮੇਰੇ ਤੇ ਤਰਸ ਕਰਕੇ ਬਾਣੀ ਮੈਨੂੰ ਸੁਣਾਈ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਜੀਓ, ਤਰਸ ਕਰੋ। ਸੋਰਠ ਮਹੱਲਾ ਪੰਜਵਾਂ। पोथी परमेश्वर का थान पन्ना 611 पेज नंबर 611। ये शब्द उत्थे सुभायमान है गुरु ग्रंथ साहिब जी दे विच। कर इशनान सिमर प्रभ अपना, मन तन भये अरोगा, कोट बिघन लाथे प्रभ शरणा, प्रगटे भले संजोगा। कर इशनान, नन्हे नूं औंकड़ है, ये बाहर टूटी दे पानी दे नहाउण वाला इशनान नहीं है। ਇਹ ਹੈ ਕਰੇ ਰਾਰੇ ਨੂੰ ਸਿਹਾਰੀ, ਕਰੇ ਇਸ਼ਨਾਨ। ਕਿਸ ਤਰ੍ਹਾਂ? ਇਸ਼ਨਾਨ ਕਰਕੇ। ਕਿਸ ਤਰ੍ਹਾਂ? ਸਿਮਰੇ ਰਾਰੇ ਨੂੰ ਫੇਰ ਸਿਹਾਰੀ, ਕਹਿੰਦੇ ਮੈਂ ਨਾਮ ਸਿਮਰ ਕੇ, ਨਾਮ ਸਿਮਰ ਕੇ ਮੈਂ ਇਸ਼ਨਾਨ ਕਰਦਾ, ਕਿਉਂਕਿ ਸਰੀਰ ਤੇ ਦੇਹ ਹੈ, ਦੇਹ ਕੱਚੀ ਹੈ, ਔਰ ਜੋ ਤੁਸੀਂ ਦੇਹ ਦੇ ਨਾਲ ਕਰ ਰਹੇ ਹੋ ਉਹਨੂੰ ਕੱਚਾ ਕਿਹਾ ਹੈ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ। ਸੋ ਇਹ ਜਿਹੜਾ ਇਸ਼ਨਾਨ ਹੈ ਇਹ ਮਨ ਦਾ ਇਸ਼ਨਾਨ ਹੈ, ਇਹ ਆਮ ਇਸ਼ਨਾਨ ਨਹੀਂ ਹੈ। ਕਿਸ ਤਰ੍ਹਾਂ?
ਕਹਿੰਦੇ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰਜਾਮੀ ਸਦਾ ਸੰਗ ਕਰਨੈ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ। ਇਹ ਭਾਈ ਇਹ ਜਿਹੜਾ ਇਸ਼ਨਾਨ ਅਸੀਂ ਪਾਣੀ ਨਾਲ ਕਰਨ ਨੂੰ ਕਹਿੰਦੇ ਆ, ਇਹਦੇ ਨਾਲ ਕਿਤੇ ਕਾਮ ਕ੍ਰੋਧ ਲੋਭ ਬਿਨਸਦਾ? ਇਹਦੇ ਨਾਲ ਤੇ ਸਰੀਰ ਦੀ ਸਫਾਈ ਹੁੰਦੀ ਆ। ਸੋ ਇਹ ਹੈ ਕਰੇ ਇਸ਼ਨਾਨ। ਕਿਸ ਤਰ੍ਹਾਂ ਕਰੀਏ ਇਸ਼ਨਾਨ? ਸਿਮਰੇ ਪ੍ਰਭ ਆਪਣਾ, ਸਿਮਰ ਕੇ ਨਾਮ ਸਿਮਰ ਕੇ ਅਸੀਂ ਇਸ਼ਨਾਨ ਕਰਨਾ। ਫਿਰ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ। ਕਿੱਥੇ ਲਾਓਗੇ ਇਸ਼ਨਾਨ ਦਾ ਮੀਨਿੰਗ? ਇੱਥੇ ਇਸ਼ਨਾਨ ਹੈਲਪ ਨਹੀਂ ਕਰ ਸਕਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਨ ਦੇ ਵਿੱਚ। ਸੁਣਿਆ 68 ਕਾ ਇਸ਼ਨਾਨ, ਨਾਮ ਸੁਣਨ ਲੱਗ ਜੇ ਅੰਦਰ। ਪਹਿਲਾਂ ਰਸਨਾ ਦੇ ਨਾਲ ਨਾਮ ਜਪਣਾ, ਫਿਰ ਅੰਦਰੋਂ ਅਭਿਆਸੀ ਦੀ ਅਵਸਥਾ ਆਉਂਦੀ ਹੈ, ਉਹਨੂੰ ਨਾਮ ਇਹ ਬ੍ਰਹਿਮੰਡ ਦੇ ਵਿੱਚ ਜਿਹੜਾ ਸ਼ਬਦ ਵੱਜ ਰਿਹਾ ਉਹ ਸੁਣਨਾ ਸ਼ੁਰੂ ਹੋ ਜਾਂਦਾ ਆਟੋਮੈਟਿਕ ਆਪਣੇ ਆਪ। ਕਹਿੰਦੇ ਸੁਣਿਆ 68 ਕਾ ਇਸ਼ਨਾਨ ਜਪ ਬਾਣੀ। ਫਿਰ ਅਨਕ ਤੀਰਥ ਮਜਨ ਇਸ਼ਨਾਨ 8 ਪਹਿਰ ਸਿਮਰੋ ਪ੍ਰਭ ਨਾਮ। ਕਹਿੰਦੇ ਤੂੰ ਨਾਮ ਜਪੀ ਜਾ, ਨਾਮ ਜਪੀ ਜਾ, ਤੇਰਾ ਇਸ਼ਨਾਨ ਆਪੇ ਹੋ ਜਾਣਾ। ਅੰਦਰ ਦੀ ਖੇਡ ਹੈ, ਮਨ ਧੋਵੋ ਸ਼ਬਦ ਲਾਗੋ। ਅਸੀਂ ਸ਼ਬਦ ਦੇ ਲੜ ਲੱਗਣਾ। ਬਾਕੀ ਜਿਹੜੇ ਇਸ਼ਨਾਨ ਬਾਹਰਲੇ ਨੇ ਉਹ ਸਰੀਰ ਦੀ ਸਫਾਈ ਵਾਸਤੇ ਹੈ। ਇਹ ਸੰਗਤਾਂ ਨੂੰ ਮੇਰੀ ਤਾਕੀਦ ਹੈ, ਬੇਨਤੀ, ਆਪ ਵੀ ਖੋਜ ਕਰਿਓ ਬਾਣੀ ਦੀ। ਜਿੱਥੇ ਕਿਤੇ ਪਾਣੀ ਦੇ ਨਹਾਉਣ ਨੂੰ ਪੋਜ਼ਿਟਿਵਲੀ ਗੁਰਬਾਣੀ ਦੇ ਵਿੱਚ ਕਿਹਾ ਹੋਊਗਾ ਮੈਨੂੰ ਜ਼ਰੂਰ ਦੱਸਿਓ। ਜਲ ਕੇ ਮਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਉਹ ਜੇ ਪਾਣੀ ਨਾਲ ਨਹਾ ਕੇ ਸਾਡਾ ਕੁਝ ਬਣਦਾ ਹੁੰਦਾ ਅਧਿਆਤਮ ਦਾ, ਆ ਡੱਡੂ ਡੁੱਡੂ ਇਹ ਦੇਖੋ ਪਾਣੀ 'ਚ ਹੀ ਰਹਿੰਦੇ ਆ। ਸੋ ਜਿਹੜਾ ਇਹ ਇਸ਼ਨਾਨ ਹੈ ਮਹੱਲਾ ਪੰਜਵਾਂ ਕਹਿ ਰਹੇ ਹੈ, ਉਹ ਕਹਿ ਰਹੇ ਹੈ ਸਿਮਰੋ ਸਿਮਰੇ ਸਿਮਰੇ ਪ੍ਰਭ ਆਪਣਾ। ਸਿਮਰ ਕੇ ਨਾਮ ਸਿਮਰ ਕੇ ਤੂੰ ਇਹ ਇਸ਼ਨਾਨ ਕਰ, ਤੇਰਾ ਮਨ ਵੀ ਤੇ ਤੇਰਾ ਤਨ ਵੀ ਭਏ ਅਰੋਗਾ। ਮਨ ਵੀ ਤੇ ਤਨ ਵੀ ਭਏ ਅਰੋਗਾ। ਹੁਣ ਇੱਥੇ ਹੀ ਆ ਜਾਓ ਕਿ ਹੁਣ ਬਾਹਰ ਨਹਾਉਣ ਦੇ ਨਾਲ ਸਾਡਾ ਮਨ ਅਰੋਗ ਹੋਏਗਾ ਕਿ ਮਨ ਨੂੰ ਮਾਇਆ ਦਾ ਰੋਗ ਨਹੀਂ ਹੋਏਗਾ? ਕਿ ਮਨ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰੋਗ ਨਹੀਂ ਹੋਏਗਾ? ਲੌਜੀਕਲੀ ਆਪਾਂ ਬਾਣੀ ਪੜ੍ਹਨੀ ਆ, ਲੌਜੀਕਲੀ ਸਾਰਾ ਕੁਝ ਕਰਨਾ ਹੈ। ਐਵੇਂ ਮੱਖੀ ਤੇ ਮੱਖੀ ਨਹੀਂ ਮਾਰੀ ਜਾਣੀ। ਜੋ ਸਾਨੂੰ ਕਿਸੇ ਨੇ ਕਹਿਤਾ ਦ੍ਰਿੜਾਤਾ, ਅਸੀਂ ਸੋਚ ਲਿਆ ਕਿ ਇਹੀ ਠੀਕ ਹੈ ਭਾਈ, ਇਸ ਤੋਂ ਉੱਤੇ ਤੇ ਗੱਲ ਹੀ ਕੋਈ ਨਹੀਂ। ਉਹ ਅਸੀਂ ਭੁਲੇਖਾ ਖਾ ਗਏ। ਐਸਾ ਭੁਲੇਖਾ ਖਾਦਾ ਕਪਾਹ ਨੂੰ ਮੱਖਣ ਸਮਝ ਕੇ ਅਸੀਂ ਮੂੰਹ 'ਚ ਪਾਈ ਗਏ। ਕਪਾਹ ਹੁੰਦੀ ਨਾ ਕਪਾਹ, ਉਹ ਦੂਰੋਂ ਲੱਗਦਾ ਤਾਜ਼ਾ ਮੱਖਣ ਕੱਢ ਕੇ ਰੱਖਿਆ ਕਿਤੇ ਮਾਈ ਨੇ, ਜਾਗ ਉਹਨੂੰ ਮੂੰਹ 'ਚ ਪਾਈਏ ਤੇ ਫੇਰ ਪਤਾ ਲੱਗਦਾ ਵੀ ਇਹ ਤੇ ਕਪਾਹ ਹੈ। ਦੂਰੋਂ ਦੇਖਣ ਨੂੰ ਇੱਕੋ ਜਿਹੇ ਲੱਗਦੇ ਆ। ਸੋ ਅਸੀਂ ਕਪਾਹ ਨਾ ਮੂੰਹ 'ਚ ਪਾਈ ਜਾਈਏ ਕਿਤੇ ਮੱਖਣ ਦੇ ਭੁਲੇਖੇ, ਅਸੀਂ ਮੱਖਣ ਹੀ ਮੂੰਹ 'ਚ ਪਾਉਣਾ। ਅਸੀਂ ਪਤਾ ਲਾ ਲਿਆ ਕਿ ਨਾਮ ਸਿਮਰਨਾ ਸਭ ਤੋਂ ਵੱਡਾ ਇਸ਼ਨਾਨ ਹੈ, ਜਿਹਦੇ ਨਾਲ ਸਾਡਾ ਮਨ ਵੀ ਤੇ ਤਨ ਵੀ ਭਏ ਰੋਗਾ। ਕਿਉਂਕਿ ਅਸੀਂ ਆਪਣੇ ਗੁਰੂ ਨੂੰ ਧਾਰ ਲਿਆ, ਅਸੀਂ ਆਪਣੇ ਗੁਰੂ ਨੂੰ ਪੂਜਿਆ ਨਹੀਂ ਹੈ, ਅਸੀਂ ਆਪਣੇ ਗੁਰੂ ਨੂੰ ਧਾਰਿਆ ਆਪਣੇ ਅੰਦਰ। ਕਿਸ ਤਰ੍ਹਾਂ? ਵਾਹਿਗੁਰੂ 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 ਵਾਹਿਗੁਰੂ। ਔਰ ਉਸੇ ਗੁਰੂ ਨੇ ਅੰਦਰ ਪ੍ਰਗਟ ਹੋ ਕੇ, ਅੰਦਰ ਪ੍ਰਕਾਸ਼ ਹੋ ਕੇ ਇਹ ਗਿਆਨ ਦੀ ਬਖਸ਼ਿਸ਼ ਕਰਨੀ ਹੈ।
होर चलिए जी अगे। कोट बिघन लाथे प्रभ शरणा, प्रगटे भले संजोगा। करोड़ा कोट करोड़ा बिघन रुकावटां, कहते ऐसे संजोग मेरे प्रगट किए है पातशाह ने, अकाल पुरख ने, कि मेरे ते जन्मां जन्मांतरां दे मेरे पाप जिहड़े आ लथ गए ते मेरे भले संजोग उगड़ आए है। से संजोग करो मेरे प्यारे, जित रसना हर नाम उचारे। से संजोग करो मेरे प्यारे, इसे महल्ले का शब्द है। से संजोग करो मेरे प्यारे, जित रसना हर नाम उचारे। ਸਾਡੇ ਆਪਸੀ ਸੰਜੋਗ ਨੇ, ਸਾਡੀ ਦੋਸਤੀ ਮਿੱਤਰਤਾ ਹੀ ਹੁੰਦੀ ਹੈ, ਸਾਡੀ ਰਿਸ਼ਤੇਦਾਰੀ ਹੁੰਦੀ ਹੈ, ਹਸਬੈਂਡ ਵਾਈਫ ਦਾ ਰਿਲੇਸ਼ਨ ਹੁੰਦਾ, ਇਹਨਾਂ ਨੂੰ ਵੀ ਆਪਾਂ ਸੰਜੋਗ ਕਹਿ ਦਿੰਦੇ ਆ। ਧੀਆਂ ਪੁੱਤਰ ਸਾਨੂੰ ਮਿਲਦੇ, ਇਹ ਵੀ ਸੰਜੋਗ ਹੈ। ਪਰ ਸਭ ਤੋਂ ਉੱਤਮ ਸੰਜੋਗ ਜਿਹੜਾ ਬਾਣੀ 'ਚ ਮੰਨਿਆ ਗਿਆ ਉਹ ਹੈ ਐਸਾ ਸੰਜੋਗ ਬਣ ਜਾਣਾ ਕਿ ਰਸਨਾ ਦੇ ਨਾਲ ਨਾਮ ਦਾ ਉਚਾਰਨ ਹੋਣ ਲੱਗ ਜਾਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੇ ਸੰਜੋਗ करो मेरे प्यारे, जित रसना हर नाम उचारे। कहते ऐसा मैं इशनान किया नाम सिमर सिमर के, मैनू मन का भी कोई रोग नहीं रहा, मैनू तन का भी कोई रोग नहीं रहा, और मेरे जेडे विघन सी रुकावटां सी, करोड़ां जिहड़ियां रुकावटां मेरे राह दे विच, अध्यात्म दे रास्ते दे विच, अकाल पुरख नूं मिलन दे रास्ते दे विच, ਉਹ सब लथ लुथ गए, सब परे चले गए। और ऐसी मैं शरण पिया क्योंकि मेरे भले संजोग प्रगट होए है, मेरे भले संजोग पुंगर के आए है। इत्थे तुक खत्म हुंदी है। वो भले संजोग किहड़े ने, वो किहड़ा इशनान है, किस तरह मैं मन दा ते तन दा जिहड़ा रोग है वो दूर करां, किस तरह जिहड़े कोट करोड़ां विघन मेरे रास्ते दे विच सी, वो मैं किस तरह उन्हां नूं दूर करदा। कहंदे प्रभ बाणी शब्द सुभाखिया, ये जिहड़ी प्रभ बाणी है, शब्द वाली जिहड़ी बाणी है, सब तो उत्तम जिहड़ी भाखिया, मैं इहनूं गा रिहा, मैं इहनूं सुन रिहा, मैं इहनूं पढ़ रिहा, ये मैनूं सदा सदा वास्ते भागी है। गावहूं सुणहूं पढ़ो नित भाई, गुरपूरे तू राखिया। पातशाह ते किरपा ही बड़ी कीती मेरे ते, ये ते तरस ही बड़ा कीता मेरे ते। रहाओ। होर अगे चलिए जी आपां नंबर 2 ते। कहंदे साचा साहिब अमित वडाई, भगत वछल दयाला। संतां की पैज रखदा आया, आद बिरद प्रतपाला। ਇਹ ਸਾਚਾ ਸਾਹਿਬ, ਤੂੰ ਸਾਹਿਬ ਦੇ ਬੱਬੇ ਨੂੰ ਔਂਕੜ ਹੈ, ਇਹਦੀ ਆਪਾਂ ਬਾਅਦ ਚ ਐਕਸਪਲੇਨ ਕਰਾਂਗੇ। ਸਾਹਿਬ ਵੀ ਅਕਾਲ ਪੁਰਖ ਨੂੰ ਇੱਥੇ ਸੰਬੋਧਨ ਕੀਤਾ, ਪ੍ਰਭੂ ਨੂੰ ਸੰਬੋਧਨ ਕੀਤਾ। ਕਹਿੰਦੇ ਇਹ ਸਦਾ ਸਦਾ ਵਾਸਤੇ ਕਾਇਮ ਹੈ ਜਿਹੜਾ ਸਾਹਿਬ ਹੈ, ਉਸ ਦੀ ਜਿਹੜੀ ਬੇਅੰਤ ਵਡਿਆਈ ਹੈ, ਉਹਦੀ ਕੋਈ ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਅਮਿਤ, ਉਸ ਦੀ ਵਡਿਆਈ ਦਾ ਕੋਈ ਅੰਤ ਨਹੀਂ ਹੈ। ਇਹ ਕਦੋਂ ਤੋਂ ਹੈ, ਇਹਨੇ ਸਦਾ ਸਦਾ ਜੁਗਾਂ ਜੁਗਾਂਤਰਾਂ ਵਾਸਤੇ ਕਾਇਮ ਰਹਿਣਾ। ਐਸੀ ਇਹਦੀ ਵਡਿਆਈ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਭਗਤ ਵਛਲ ਦਇਆਲਾ, ਭਗਤੇ ਤੱਤੇ ਨੂੰ ਸਿਹਾਰੀ, ਉਹ ਐਸਾ ਦਇਆ ਦਾ ਸੋਮਾ ਹੈ ਕਿ ਉਹਨੂੰ ਪਿਆਰ ਹੀ ਸਿਰਫ ਭਗਤੀ ਦੇ ਨਾਲ ਹੈ, ਜਾਂ ਜਿਹੜੇ ਭਗਤ ਭਗਤੀ ਕਰਦੇ ਨੇ ਉਹਨਾਂ ਦੇ ਨਾਲ ਹੈ। ਐਸੀ ਉਹਦੀ ਬੇਅੰਤ ਵਡਿਆਈ ਹੈ ਉਸ ਸਦਾ ਕਾਇਮ ਰਹਿਣ ਵਾਲੇ ਸਾਹਿਬ ਦੀ। ਭਗਤੀ ਕਰਨ ਵਾਲਿਆਂ ਨੂੰ ਉਹ ਸਦਾ ਪ੍ਰੇਮ ਕਰਦਾ ਹੈ। ऐसा वो दयाल है, संतां की पैज रखदा आया, आद बिरद प्रतपाला।
ਉਹ ਜਿਹੜਾ ਮਾਲਕ ਹੈ, ਜਿਹੜਾ ਸਦਾ ਰਹਿਣ ਵਾਲਾ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਭਗਤੀ ਨਾਲ ਪਿਆਰ ਕਰਨ ਵਾਲਾ, ਉਹ ਦਇਆ ਦਾ ਸੋਮਾ, ਆਪਣੇ ਸੰਤਾਂ ਦੀ ਇੱਜ਼ਤ। ਹੁਣ ਇੱਥੇ ਹੋਰ ਕਲੀਅਰ ਹੋਣਾ ਕਿ ਸੰਤ ਕੌਣ ਨੇ। ਆਪਣੇ ਸੰਤਾਂ ਦੀ ਇੱਜ਼ਤ ਉਹ ਰੱਖਦਾ ਸਦਾ ਸਦਾ ਤੋਂ। ਇਹ ਉਸ ਅਕਾਲ ਪੁਰਖ ਦੀ ਵਡਿਆਈ ਹੈ, ਇਹ ਉਸ ਅਕਾਲ ਪੁਰਖ ਦਾ ਸੁਭਾਅ ਹੈ। ਉਹ ਸ਼ੁਰੂ ਤੋਂ ਹੀ ਸੰਤਾਂ ਦੀ ਪੈਜ ਰੱਖਦਾ ਆ ਰਿਹਾ ਹੈ, ਸੰਤਾਂ ਨੂੰ ਪਾਲਦਾ ਆ ਰਿਹਾ ਹੈ, ਉਹਨਾਂ ਦੀ ਪ੍ਰਤਪਾਲਣਾ ਕਰਦਾ ਆ ਰਿਹਾ ਹੈ। ਇਹ ਸਾਚਾ ਸਾਹਿਬ ਕੌਣ ਹੈ? ਜਿਹਦੀ ਅਮਿਤ ਵਡਿਆਈ ਹੈ, ਜਿਹਦੀ ਬੇਅੰਤ ਵਡਿਆਈ ਹੈ, ਜਿਹਨੂੰ ਭਗਤੀ ਦੇ ਨਾਲ ਪ੍ਰੇਮ ਹੈ, ਜਿਹੜਾ ਦਿਆਲ ਹੈ, ਜਿਹੜਾ ਸੰਤਾਂ ਦੀ ਪੈਜ ਰੱਖਦਾ ਆ ਰਿਹਾ ਸ਼ੁਰੂ ਤੋਂ, ਮੁੱਢ ਕਦੀਮ ਤੋਂ। ਉਹ ਕੌਣ ਹੈ? ਉਹ ਕਿਸ ਤਰ੍ਹਾਂ ਦਾ ਹੈ? ਉਹਦਾ ਸਰੂਪ ਕਿਸ ਤਰ੍ਹਾਂ ਦਾ ਹੈ? ਉਹ ਹੈ ਪ੍ਰਭ ਬਾਣੀ ਸ਼ਬਦ ਸੁਭਾਖਿਆ। ਇਹ ਇਹੀ ਸ਼ਬਦ ਹੈ ਜਿਹਨੂੰ ਅਸੀਂ ਜਪਦੇ ਹਾਂ। ਇਹੀ ਸਤਿਗੁਰ ਬਚਨ, ਬਚਨ ਹੈ ਸਤਿਗੁਰ। ਹਰ ਪਾਦਰ ਮੁਕਤ ਜਨਾਵੈ ਗੋ, ਆਪਾਂ ਸ਼ਬਦ ਪਹਿਲਾਂ ਐਕਸਪਲੇਨ ਕੀਤਾ। ਉਹਦੇ ਸੰਤ ਕੌਣ ਨੇ? ਜਿਹੜੇ ਗਾ ਰਹੇ ਨੇ, ਗਾਵਹੂੰ ਸੁਣਹੂੰ ਪੜ੍ਹੂੰ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਉਹਨਾਂ ਸੰਤਾਂ ਨੂੰ ਇਹ ਸ਼ਬਦ ਦਾ ਗਾਉਣਾ, ਸ਼ਬਦ ਦਾ ਜਪਣਾ, ਗਾਉਣ ਤੋਂ ਭਾਵ ਹੈ ਉੱਚੀ, ਥੋੜੀ ਜੀ ਉੱਚੀ ਧੁਨ ਦੇ ਨਾਲ ਜਪਣਾ, ਵਾਹਿਗੁਰੂ ਵਾਹਿਗੁਰੂ। ਫਿਰ ਇਸੇ ਨੂੰ ਸੁਣਨਾ, ਇਹਨੂੰ ਕਹਿੰਦੇ ਨੇ ਧਿਆਨ। ਜਿੰਨਾ ਰਸਨਾ ਤੋਂ ਆਵਾਜ਼ ਨਿਕਲ ਰਹੀ ਹੈ, ਉਹਨੂੰ ਕੰਨਾਂ ਦੇ ਨਾਲ ਸੁਣਨਾ, ਗਾਵਹੂੰ ਸੁਣਹੂੰ ਤੇ ਪੜ੍ਹਨਾ। ਉਹੀ ਪੜ੍ਹਨਾ ਬਣ ਜਾਂਦਾ ਹੈ। ਜਦੋਂ ਜਿਹੜਾ ਧਿਆਨ ਹੈ, ਉਹੀ ਪੜ੍ਹਾਈ ਬਣ ਜਾਂਦੀ ਹੈ, ਉਹੀ ਵਿਦਿਆ ਬਣ ਜਾਂਦੀ ਹੈ। ਕਿਉਂਕਿ ਇਸੇ ਵਿਦਿਆ ਨੇ ਤੁਹਾਨੂੰ ਅਗਾਂਹ ਗਿਆਨ ਦੀ ਸੋਝੀ ਦੇਣੀ ਹੈ। ਉਹ ਕਹਿੰਦੇ ਤੇ ਮੈਨੂੰ ਸਦਾ ਸਦਾ ਵਾਸਤੇ ਭਾ ਗਿਆ ਹੈ। ਇਹੀ ਸ਼ਬਦ, ਇਹ ਗੁਰੂ ਪਾਤਸ਼ਾਹ ਨੇ ਬੜਾ ਤਰਸ ਕੀਤਾ, ਬੜੀ ਕਿਰਪਾ ਕੀਤੀ ਮੇਰੇ ਤੇ। ਤੀਸਰੀ ਤੁਕ, ਹੁਣ ਇਸ਼ਨਾਨ ਵੀ ਹੋ ਗਿਆ, ਪਤਾ ਲੱਗ ਗਿਆ ਕਿ ਇਹਨੂੰ ਨਾਮ ਨੂੰ ਸਿਮਰਨਾ ਹੀ ਇਸ਼ਨਾਨ ਹੈ, ਜਿਹਦੇ ਨਾਲ ਮੇਰਾ ਮਨ ਵੀ ਤੇ ਤਨ ਵੀ ਦੋਨੇ ਅਰੋਗ ਹੋ ਗਏ। ਮੇਰੀ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਸੀ ਪਾਪਾਂ ਦੀ, ਉਹ ਲੱਥ ਗਈ ਹੈ, ਮੇਰੇ ਸੰਜੋਗ ਭਲੇ ਹੋ ਗਏ ਨੇ। ਉਸ ਅਕਾਲ ਪੁਰਖ ਨੂੰ ਇਹੀ ਭਗਤੀ ਦੇ ਨਾਲ ਪ੍ਰੇਮ ਹੈ। ਇਸੇ ਪ੍ਰੇਮ ਦੇ ਕਾਰਨ ਉਹ ਜਿਹੜੇ ਉਹਦੀ ਭਗਤੀ ਕਰਦੇ ਹੈ, ਉਹਨਾਂ ਨੂੰ ਸੰਤ ਕਿਹਾ ਹੈ। ਉਹਨਾਂ ਸੰਤਾਂ ਦੀ ਪੈਜ ਰੱਖਦਾ ਉਹ ਸ਼ੁਰੂ ਤੋਂ ਹੀ। ਕਿਸ ਤਰ੍ਹਾਂ ਪੈਜ ਰੱਖਦਾ? ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਹਰ ਅੰਮ੍ਰਿਤ ਨਾਮ, ਹਰ, ਇਹ ਹੈ ਸ਼ਬਦ ਦਾ ਲਖਾਇਕ। ਜਿਹੜਾ ਸ਼ਬਦ ਸੱਸਾ ਬੱਬਾ ਦੱਦਾ ਦੱਦੇ ਨੂੰ ਔਂਕੜ, ਇਹ ਉਸੇ ਸ਼ਬਦ ਦਾ ਇਹ ਪਰਾਇਵਾਚੀ ਸ਼ਬਦ ਹੈ। ਪਰਾਇਵਾਚੀ ਸ਼ਬਦ ਹੁੰਦਾ ਹੈ ਕਿ ਸ਼ਬਦ ਵੱਖਰਾ ਹੋਵੇ ਤੇ ਉਹਦਾ ਮੀਨਿੰਗ ਉਹੀ ਹੋਵੇ। ਜਿਸ ਤਰ੍ਹਾਂ ਦਰਵਾਜ਼ਾ, ਦੂਸਰਾ ਸ਼ਬਦ ਹੈ ਬੂਹਾ, ਤੀਸਰਾ ਸ਼ਬਦ ਹੈ ਅੰਗਰੇਜ਼ੀ 'ਚ ਅਸੀਂ ਬੋਲਦੇ ਹਾਂ ਡੋਰ, ਪਰ ਇਹਨਾਂ ਦੇ ਭਾਵ ਜਿਹੜੇ ਹੈ ਉਹੀ ਨੇ, ਅੱਖਰਾਂ 'ਚ ਫਰਕ ਪੈ ਗਿਆ, ਜਿਹੜਾ ਮੀਨਿੰਗ ਹੈ ਪਿੱਛੇ ਉਹੀ ਹੈ। ਇਹ ਹੈ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਕਹਿੰਦੇ ਅਕਾਲ ਪੁਰਖ ਇੰਨਾ ਚੰਗਾ, ਇਹੋ ਜਿਹੇ ਸੰਜੋਗ ਸਾਡੇ ਪ੍ਰਗਟਾ ਦਿੱਤੇ ਹੈ, ਉਹਦੀ ਇੰਨੀ ਵਡਿਆਈ ਹੈ, ਭਗਤਾਂ ਦੇ ਨਾਲ ਪ੍ਰੇਮ ਕਰਦਾ ਹੈ, ਸੰਤਾਂ ਦੀ ਪੈਜ ਵੀ ਰੱਖਦਾ ਉਹ ਸ਼ੁਰੂ ਤੋਂ। ਕਹਿੰਦੇ ਮੈਂ ਤੇ ਫਿਰ ਇਹ ਹਟਣਾ ਨਹੀਂ, ਮੈਂ ਬੋਲਣੋਂ, ਇਹ ਨਹੀਂ ਮੈਂ ਹਟਣਾ ਬੋਲੋ। ਲੱਖ ਲੱਖ ਜਿਹੜਾ ਆਖਿਆ ਏਕ ਨਾਮ ਜਗਦੀਸ਼, ਇਹ ਨਹੀਂ ਕਹਿੰਦੇ ਮੈਂ ਹਟ ਸਕਦਾ। ਇਹ ਤੇ ਮੈਂ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਸੱਚ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋਂ ਹਟੀ ਹੈ।
ਇਹ ਭਗਤ ਭੱਟ ਭੱਟ ਟਲ ਟਲ ਜੀ ਉਹਨਾਂ ਦੀ ਬਾਣੀ ਹੈ। ਕਹਿੰਦੇ ਸੱਚ ਜੇ ਗੁਰ ਫਰਮਾਇਆ ਕਿਉਂ ਏਦੋਂ ਬੋਲੋਂ ਹਟਿਆ। ਇਸੇ ਤਰ੍ਹਾਂ ਜਦੋਂ ਸੰਤਾਂ ਦੀ ਪੈਜ ਇੰਨੀ ਉਹਦੀ ਵਡਿਆਈ ਹੈ ਕਿ ਉਹ ਇੰਨਾ ਪਿਆਰ ਦਾ ਭਰਿਆ, ਇੰਨਾ ਦਿਆਲ ਹੈ, ਇਸ ਤਰ੍ਹਾਂ ਉਹਨੇ ਪੈਜ ਰੱਖਣੀ ਹੈ ਆਪਣੇ ਭਗਤਾਂ ਦੀ ਜਿਨ੍ਹਾਂ ਨੂੰ ਸੰਤ ਕਿਹਾ। ਕਹਿੰਦੇ ਫਿਰ ਤੇ ਮੈਂ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੂ ਸਰਬ ਵੇਲਾ ਮੁਖ ਪਾਵੂੰ। ਇਹ ਤੇ ਮੈਂ ਹਰ ਵੇਲੇ ਹੀ ਮੈਂ ਕੰਮ ਕਰਦਾ ਰਵਾਂ, ਮੈਨੂੰ ਤੇ ਲੋੜ ਹੀ ਨਹੀਂ ਕੋਈ ਦੂਸਰਾ ਕੰਮ ਕਰਨ ਦੀ। ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕੰਮ। ਠੀਕ ਹੈ, ਪਾਠ ਕਰਨਾ ਗੁਰਬਾਣੀ ਦਾ, ਪੜ੍ਹਨਾ ਹੈ, ਲੇਕਿਨ ਪਾਠ ਪੜ੍ਹ ਕੇ ਅਸੀਂ ਕਿਤੇ ਨਹੀਂ ਪਹੁੰਚਿਆ ਜਾ ਸਕਦਾ ਜਦੋਂ ਤੱਕ ਅਸੀਂ ਪਾਠ ਤੇ ਅਮਲ ਨਹੀਂ ਕਰਦੇ। ਪਾਠ ਦੇ ਉੱਤੇ ਅਮਲ ਇਸ ਤਰ੍ਹਾਂ ਹੋਣਾ, ਬਾਣੀ ਦੀ ਇੱਕ ਇੱਕ ਤੁਕ ਪੜ੍ਹਨੀ ਹੈ ਬੜੇ ਪ੍ਰੇਮ ਦੇ ਨਾਲ, ਸਤਿਕਾਰ ਦੇ ਨਾਲ, ਔਰ ਉਹਨੂੰ ਅਮਲ 'ਚ ਲਿਆਉਂਦੇ ਜਾਣਾ। ਕਹਿੰਦੇ ਹੈ ਇਹੀ ਅੰਮ੍ਰਿਤ ਹੈ ਮੇਰਾ, ਤੇ ਇਹੀ ਨਾਮ ਹੈ ਮੇਰਾ, ਤੇ ਇਹੀ ਭੋਜਨ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ। ਕਹਿੰਦੇ ਤ੍ਰਿਪਤੀ ਹੋ ਗਈ। ਐਸਾ ਭੋਜਨ ਅਕਾਲ ਪੁਰਖ ਦੇ ਨਾਮ ਦਾ ਐਸਾ ਭੋਜਨ ਹੈ, ਇਹ ਤੇ ਇਹਨੇ ਤ੍ਰਿਪਤੀ ਕਰਾ ਦਿੱਤੀ ਮੇਰੀ। ਕਹਿੰਦੇ ਮੈਂ ਸਰਬ ਵੇਲਾ ਮੁਖ ਪਾਵਹੂ। ਇਹ ਤੇ ਮੈਂ ਹਰ ਵੇਲੇ ਆਪਣੇ ਮੂੰਹ ਦੇ ਵਿੱਚ ਨਾਮ ਦਾ ਭੋਜਨ ਪਾਉਂਦਾ ਰਵਾਂ, ਰਸਨਾ ਦੇ ਨਾਲ ਨਾਮ ਜਪਦਾ ਰਵਾਂ। ਸਰਬ ਵੇਲਾ ਮੁਖ ਪਾਵਹੂ। ਹੁਣ ਇਹ ਅਸੀਂ ਜਿਹੜਾ ਲਫ਼ਜ਼ ਹੈ ਸਰਬ ਵੇਲਾ ਦੀ ਗੱਲ ਆ ਰਹੀ ਹੈ, ਅਸੀਂ ਲਫ਼ਜ਼ ਇੱਕ ਅੰਮ੍ਰਿਤ ਵੇਲਾ ਕਹਿੰਦੇ ਜੀ, ਅੰਮ੍ਰਿਤ ਵੇਲਾ ਹੋ ਗਿਆ। ਕਈ ਇਹਨੂੰ 12 ਵਜੇ ਤੋਂ ਸ਼ੁਰੂ ਕਰਦੇ ਆ, ਕਈ 2 ਵਜੇ ਤੋਂ ਸ਼ੁਰੂ ਕਰਦੇ ਆ, ਕਈ 4 ਵਜੇ ਤੋਂ ਸ਼ੁਰੂ ਕਰਦੇ ਆ। ਠੀਕ ਹੈ, ਬੜਾ ਸਤਿਕਾਰ ਹੈ, ਤੁਸੀਂ ਸਵੇਰੇ ਉੱਠ ਕੇ ਅਕਾਲ ਪੁਰਖ ਦੀ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਬੜਾ ਸਤਿਕਾਰ ਹੈ। ਲੇਕਿਨ ਇੱਥੇ ਤੇ ਸਰਬ ਵੇਲਾ ਦੀ ਗੱਲ ਕਰ ਰਹੇ ਆ ਪਾਤਸ਼ਾਹ ਭਾਈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੂ ਸਰਬ ਵੇਲਾ ਮੁਖ ਪਾਵੋ। ਇਹ ਤੇ ਮੈਂ ਹਰ ਵੇਲੇ ਨਾਮ ਸਿਮਰਨ ਦੇ ਨਾਲ ਜੁੜਿਆ ਰਵਾਂ, ਨਾਮ ਸਿਮਰਨ ਦੇ ਨਾਲ ਜੁਟਿਆ ਰਵਾਂ। ਜਿਤ ਵੇਲਾ ਵਿਸਰੇ ਤਾਂ ਲਾਗੈ ਹਾਵਾ, ਜਹ ਚਿਤ ਆਵੈ ਸੋ ਥਾਨ ਸੁਹਾਵਾ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਤੂੰ ਆ ਵਸਦਾ ਹੈ, ਉਹ ਹਰ ਥਾਂ ਤੇ ਹੀ ਸੋਹਣਾ ਹੋ ਜਾਂਦਾ। ਸੋ ਥਾਨ ਸੁਹਾਵਾ, ਥਾਨ ਦੇ ਇੱਥੇ ਨੰਨੇ ਨੂੰ ਔਂਕੜ ਹੈ। ਬਾਣੀ ਆਪਾਂ ਪੜ੍ਹ ਰਹੇ ਹਾਂ, ਵਡਹੰਸ ਮਹੱਲਾ 5ਵਾਂ, ਉਹ ਸ਼ਬਦ ਆਉਂਦਾ ਹੈ, ਜਹ ਚਿਤ ਆਵੈ ਸੋ ਥਾਨ ਸੁਹਾਵਾ। ਉਹ ਸਰੀਰ ਦੀ ਗੱਲ ਹੈ, ਥਾਨ ਸਰੀਰ ਨੂੰ ਕਿਹਾ। ਜਿਹਦੇ ਚਿੱਤ ਵਿੱਚ ਆ ਵਸਦਾ ਉਹ ਥਾਨ, ਉਹ ਸਰੀਰ ਜਿਹੜਾ ਸੁਹਾਵਾ ਹੋ ਜਾਂਦਾ ਹੈ। ਜਿਤ ਵੇਲਾ ਵਿਸਰੈ ਤਾਂ ਲਾਗੈ ਹਾਵਾ। ਤੇ ਜਿਸ ਵੇਲੇ ਤੂੰ ਮੈਨੂੰ ਭੁੱਲ ਜਾਏ, ਉਹ ਮੈਨੂੰ ਹੌਕਾ ਲੱਗਦਾ ਹੈ, ਮੇਰੇ ਹੌਕੇ ਆ ਜਾਂਦੇ ਨੇ। ਮੈਂ ਵਿਰਾਗ ਦੇ ਵਿੱਚ ਤੜਫਦਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਉਹ ਵਿਰਾਗ ਦੇ ਵਿੱਚ ਮੈਨੂੰ ਤੜਫ ਆ ਜਾਂਦੀ ਹੈ। ਇਹ ਇਕੱਲਾ ਅੰਮ੍ਰਿਤ ਵੇਲਾ ਨਹੀਂ ਹੈ। ਫਿਰ ਕਿਤਾਬਾਂ 'ਚ ਲਿਖਿਆ ਕਿ ਅੰਮ੍ਰਿਤ ਵੇਲਾ ਕਰ ਲਓ, ਤੁਸੀਂ 24 ਘੰਟਿਆਂ ਵਾਸਤੇ ਸੇਫ ਹੋ ਜਾਂਦੇ ਹੋ। ਇਹ ਤੇ ਇਹ ਸੇਫਟੀ ਚਲੋ ਠੀਕ ਹੈ, ਅਸੀਂ ਕਿਸੇ ਨੂੰ ਨਿੰਦਦੇ ਨਹੀਂ ਆ, ਬੁਰਾ ਭਲਾ ਨਹੀਂ ਕਹਿੰਦੇ, ਪਰ ਇੱਥੇ ਲਿਖਿਆ ਲਫ਼ਜ਼ ਸਰਬ ਵੇਲਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਸਦਾ ਸਦਾ ਵਾਸਤੇ ਮੈਨੂੰ ਇਹ ਭਾ ਗਿਆ। ਇਹ ਤੇ ਮੈਂ ਹੁਣ ਇਹ ਸ਼ਬਦ ਦਾ ਅੰਮ੍ਰਿਤ ਹੀ, ਇਹ ਸ਼ਬਦ ਦਾ ਨਾਮ ਹੈ, ਮੈਂ ਸਦਾ ਸਦਾ ਵਾਸਤੇ ਪੁੰਚਦਾ ਰਵਾਂ। ਸਰਬ ਵੇਲਾ ਮੁਖ 'ਚ ਮੇਰੇ ਇਹ ਨਾਮ ਹੀ ਨਾਮ ਰਵੇ। ਇੱਕ ਥਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਹੈ,
कहते नानक जित वेला विसरै मेरा स्वामी तित वेलै मर जाए जियो मेरा। नानक जित वेला विसरै मेरा स्वामी तित वेलै मर जाए जियो मेरा। गुण गावां नित नित सद हर के मन जीवै नाम सुन तेरा। गुण गाउणा थोड़ी जी उच्ची धुन दे नाल नाम जपना। कहते मैं सदा सदा वास्ते गुण गाਉਂਦਾ ਰਵਾਂ, ਅਕਾਲ ਪੁਰਖ ਦਾ ਨਾਮ ਸਿਮਰਦਾ ਰਵਾਂ। ਤੇ ਜਿਸ ਵੇਲੇ ਮੈਨੂੰ ਇਹ ਨਾਮ ਵਿਸਰ ਜਾਏ, ਉਸੇ ਵੇਲੇ ਮੇਰਾ ਜਿਹੜਾ ਜੀ ਹੈ, ਮੇਰਾ ਜਿਹੜਾ ਆਤਮਾ ਹੈ, ਉਹ ਮਰਨ ਕਿਨਾਰੇ ਹੋ ਜਾਂਦੀ ਹੈ। ਫਿਰ ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ। ਉਹ ਭਾਈ ਸਾਰਾ ਵੇਲਾ ਅੰਮ੍ਰਿਤ ਵੇਲਾ ਬਣ ਜਾਂਦਾ ਜਦੋਂ ਤੁਸੀਂ ਨਾਮ ਸਿਮਰਦੇ ਹੋ। ਜਦੋਂ ਤੁਹਾਡੀ ਰਸਨਾ ਤੇ ਨਾਮ ਹੈ, ਉਹੀ ਟਾਈਮ ਤੁਹਾਡੇ ਵਾਸਤੇ ਅੰਮ੍ਰਿਤ ਵੇਲਾ, ਬਾਕੀ ਜ਼ਹਿਰ ਹੈ। ਉਹੀ ਕਬੂਲ ਹੈ। ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ, ਹੋਆ ਸਾਧੂ ਸੰਗ ਫਿਰ ਦੁੱਖ ਨਾ ਟੇਟਿਆ। ਇਹ ਬੜੀ ਉੱਚੀ ਅਵਸਥਾ ਦੀ ਬਾਣੀ ਹੈ। ਕਦੇ ਆਪਾਂ ਅਗਾਂਹ ਜਾ ਕੇ ਖੋਲਾਂਗੇ। ਸਤਿਗੁਰ ਨੂੰ ਭੇਟਣ ਤੋਂ ਬਾਅਦ ਜਿਹੜਾ ਸਾਡਾ ਟਾਈਮ ਜਿਹੜਾ ਪ੍ਰਵਾਨ ਹੋਣਾ ਸ਼ੁਰੂ ਹੁੰਦਾ, ਜਦੋਂ ਸਾਧੂ ਦਾ ਸੰਗ ਸਾਡੇ ਅੰਦਰ ਆਉਂਦਾ, ਫਿਰ ਦੁੱਖ ਨਾ ਟੇਟਿਆ। ਕਹਿੰਦੇ ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ। ਐਸਾ ਨਿਹਚਲ ਥਾਨ, ਐਸੀ ਸੱਚਖੰਡ ਦੀ ਉਡਾਰੀ ਮਾਰਦੀ ਹੈ ਰੂਹ, ਫਿਰ ਉਹ ਗਰਭ ਚ ਨਹੀਂ ਆਉਂਦੀ, ਫਿਰ ਉਹ ਜੂਨਾਂ ਚ ਨਹੀਂ ਆਉਂਦੀ। ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ। ਫਿਰ ਉਸ ਆਤਮਾ ਨੂੰ ਹਰ ਥਾਂ ਦੇ ਉੱਤੇ ਇੱਕੋ ਇੱਕ ਬ੍ਰਹਮ 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 ਨਜ਼ਰ ਆਉਂਦਾ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਫਿਰ ਉਹ ਧਿਆਨ ਲਾ ਕੇ ਅਸਲ ਚ ਉਹ ਗਿਆਨ ਦਾ ਮਾਲਕ ਬਣ ਜਾਂਦਾ। ਉਹ ਰੂਹ ਜਿਹੜੀ ਹੈ, ਉਹ ਸਤਿਗੁਰ ਦੇ ਗਿਆਨ ਦੀ ਮਾਲਕ ਬਣ ਜਾਂਦੀ ਹੈ। ਉਹ ਤਤ ਗਿਆਨ ਦੀ ਮਾਲਕ, ਉਹ ਰੂਹ ਨੂੰ ਤਤ ਗਿਆਨ ਦੀ ਸੋਝੀ ਹੋ ਜਾਂਦੀ ਹੈ। ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ। ਪਰਖ ਖਜ਼ਾਨੇ ਪਾਏ ਸੇ ਬੋਹੜ ਨਾ ਖੋਟਿਆ। ਫਿਰ ਉਹ ਕਦੇ ਖੋਟੇ ਨਹੀਂ ਹੁੰਦੇ। ਉਹਨਾਂ ਦਾ ਸਿੱਕਾ ਫਿਰ ਹਮੇਸ਼ਾ ਚੱਲਦਾ ਹੈ। ਉਹ ਜੂਨਾਂ ਚ ਨਹੀਂ ਆਉਂਦੇ, ਉਹ ਗਰਭ ਚ ਨਹੀਂ ਲੇਟਦੇ। ਹਰ ਵੇਲੇ ਬ੍ਰਹਮ ਦੇ ਦਰਸ਼ਨਾਂ ਨੂੰ ਪੁੰਜਦੇ ਹੈ ਤੇ ਅਸਲ ਗਿਆਨ ਉਹਨਾਂ ਨੂੰ ਹਾਸਲ ਹੁੰਦਾ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ। ਜੇ ਉਹੀ ਅੰਮ੍ਰਿਤ ਵੇਲਾ ਹੈ, ਸਵੇਰੇ 12 ਤੋਂ ਲੈ ਕੇ 6 ਤੱਕ, ਜਾਂ 2 ਤੋਂ ਲੈ ਕੇ 7 ਤੱਕ, ਜਾਂ 4 ਤੋਂ ਲੈ ਕੇ 8 ਤੱਕ, ਫਿਰ ਇਹ ਕਿਉਂ ਲਿਖਿਆ? ਇਹਦੀ ਵੈਲਿਊ ਕੀ ਹੈ? ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ। ਫਿਰ ਇਹ ਕਿਉਂ ਲਿਖਿਆ? ਇੱਕਦਮ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਏ। ਇੱਕਦਮ ਕਹਿੰਦੇ ਇੱਕ ਸਾਹ ਵਾਸਤੇ ਵੀ ਜਿਹੜੇ ਮੈਨੂੰ ਪ੍ਰਭੂ ਦਾ ਨਾਮ ਸਿਮਰ ਜੇ, ਉਹ ਮੇਰਾ ਵਿਅਰਥ ਜਾ ਰਿਹਾ। ਇੱਕਦਮ ਸਾਚਾ ਵਿਸਰੈ ਸਾ ਵੇਲਾ ਬਿਰਥਾ ਜਾਏ। ਕਹਿੰਦੇ ਸਾਹ ਸਦਾ ਸੰਭਾਲੀ ਹੈ। ਹਰ ਸਾਹ ਦੇ ਨਾਲ ਮੈਂ ਉਹਨੂੰ ਸੰਭਾਲਾਂ, ਆਪੇ ਬਖਸ਼ੇ ਕਰੇ ਰਜਾਏ। ਇਹ ਅਵਸਥਾ ਜਿਹੜੀ ਹੈ, ਇਹ ਮਾਲਕ ਅਕਾਲ ਪੁਰਖ ਆਪ ਬਖਸ਼ਿਸ਼ ਕਰਦੇ ਆ, ਜੇ ਉਹਦੀ ਰਜ਼ਾ ਦੇ ਵਿੱਚ ਆ ਜਾਈਏ, ਉਹਦੇ ਹੁਕਮ ਦੀ ਪਾਲਣਾ ਕਰੀਏ। ਫਿਰ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ, ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸ਼ਾਹ ਚਿਤ ਆਇਆ। ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ। ਫਿਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਸਭੇ ਵੇਲਾ ਵਕਤ ਸਭ ਜੇ ਅੱਠੀ ਭਉ ਹੋਏ। ਨਾਨਕ ਸਾਹਿਬ ਮਨ ਵਸੈ ਸਾਚਾ ਨਾਵਣ ਹੋਏ। ਵਾਹਿਗੁਰੂ।
ਵਾਹਿਗੁਰੂ ਬਾਬੇ ਨਾਨਕ ਦੀ ਬਾਣੀ ਹੈ। ਸਭੇ ਵੇਲਾ ਵਕਤ ਸਭ ਜੇ ਅੱਠੀ ਭਉ ਹੋਏ। ਨਾਨਕ ਸਾਹਿਬ ਮਨ ਵਸੈ ਸਾਚਾ ਨਾਵਣ ਹੋਏ। ਮਨ ਦੇ ਵਿੱਚ ਅਕਾਲ ਪੁਰਖ ਪ੍ਰਗਟ ਹੋ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਉਹੀ ਸੱਚਾ ਇਸ਼ਨਾਨ ਹੈ। ਜਿਹੜਾ ਬਾਹਰ ਦਾ ਨਹਾਉਣਾ, ਇਹਦੇ ਨਾਲ ਸਿਰਫ ਤਨ ਦੀ ਸਫਾਈ ਹੁੰਦੀ ਹੈ। ਹਾਈਜੀਨਿਕਲੀ ਸਾਨੂੰ ਰੋਜ਼ ਨਹਾਉਣਾ ਚਾਹੀਦਾ ਹੈ। ਸਿਹਤ ਦੇ ਅਨੁਸਾਰ ਜੇ ਸਿਹਤ ਢਿੱਲੀ ਮੱਠੀ ਹੋਏ ਤੇ ਕੋਈ ਗੱਲ ਨਹੀਂ ਕਿ ਬੁਖਾਰ ਚੜਿਆ ਹੋਏ ਉਹਨੂੰ ਠੰਡੇ ਪਾਣੀ ਥੱਲੇ ਥੋੜਾ ਨਵਾਵਾਂਗੇ। ਕਿ ਇਹਦਾ ਮਨ ਦਾ ਤੇ ਤਨ ਦਾ ਰੋਗ ਦੂਰ ਹੋਏਗਾ। ਪਾਣੀ ਦਾ ਇਸ਼ਨਾਨ ਸਿਰਫ ਸਰੀਰ ਦੀ ਸਫਾਈ ਵਾਸਤੇ ਹੈ। ਬਾਕੀ ਜਿਹੜਾ ਇਸ਼ਨਾਨ ਹੈ ਉਹ ਖਾਸ ਹੈ ਇਸ਼ਨਾਨ। ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਸਭੇ ਵੇਲਾ ਵਕਤ ਸਭ ਜੇ ਅੱਠੀ ਭਉ ਹੋਏ। ਫਿਰ ਹੈ ਬਹੁਤ ਹੀ ਸਪਸ਼ਟ ਕਰ ਦਿੱਤਾ, ਬਹੁਤ ਹੀ ਸਪਸ਼ਟ। ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਗੁਰੂ ਅਮਰਦਾਸ ਸਾਹਿਬ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਆ। ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਉਹ ਕਹਿੰਦੇ ਜੇ ਟਾਈਮ ਦਾ ਹਿਸਾਬ ਲਾਉਣਾ ਤੇ ਕਿਹੜੇ ਵੇਲੇ ਭਗਤੀ ਕਰਨੀ। ਅਸੀਂ ਕਿਰਤੀ ਬੰਦੇ ਆ। ਸਵੇਰੇ ਅਸੀਂ ਉੱਠੇ ਆ, ਸਾਡੇ ਪਰਿਵਾਰ ਨੇ, ਘਰ ਹੈ, ਘਰ ਦੀ ਸਫਾਈ ਕਰਨੀ ਹੈ, ਚੀਜ਼ਾਂ ਦੀ ਸਭ ਗਰੋਸਰੀ ਕਰਨੀ ਹੈ, ਬੱਚਿਆਂ ਦਾ ਧਿਆਨ ਕਰਨਾ ਹੈ। ਫਿਰ ਉਹ ਬ੍ਰੇਕਫਾਸਟ ਦਾ ਟਾਈਮ ਹੋ ਜਾਂਦਾ ਹੈ, ਫਿਰ ਚਾਹ ਦਾ ਕੌਫੀ ਦਾ ਟਾਈਮ ਹੋ ਗਿਆ, ਫਿਰ ਦਫ਼ਤਰ ਜਾਣ ਦਾ ਟਾਈਮ ਹੋ ਗਿਆ। ਫਿਰ ਸਾਰਾ ਦਿਨ ਅਸੀਂ ਕਿਰਤ ਕਰਨੀ ਹੈ, ਉੱਥੇ ਆਪਣੀ ਕਮਾਈ ਕਰਨੀ ਹੈ ਦੁਨਿਆਵੀ ਪੈਸੇ ਧੇਲੇ ਵਾਲੀ। ਫਿਰ ਸ਼ਾਮ ਨੂੰ ਅਸੀਂ ਘਰ ਆਉਣਾ, ਘਰ ਆ ਕੇ ਫਿਰ ਥੋੜਾ ਰੈਸਟ ਕਰਨਾ, ਫਿਰ ਬੱਚਿਆਂ ਕੋਲ ਪਰਿਵਾਰ ਕੋਲ ਬੈਠਣਾ। ਫਿਰ ਉਹਨੇ ਦੇਰ ਨੂੰ ਉਹਦਾ ਡਿਨਰ ਦਾ ਟਾਈਮ ਹੋ ਗਿਆ, ਫਿਰ ਸੌਣ ਦਾ ਟਾਈਮ ਹੋ ਗਿਆ। ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਕਿਹੜੇ ਵੇਲੇ ਭਗਤੀ ਕਰਨੀ ਹੈ। ਬਈ ਤੂੰ ਜੇ ਸੋਚਣਾ ਕਿ ਟਾਈਮ ਹੈ, ਟਾਈਮ ਤੇ ਮਿਲਣਾ ਹੀ ਨਹੀਂ। ਟਾਈਮ ਨਹੀਂ ਮਿਲਣਾ ਨਾ, ਬੰਦੇ ਦੇ ਕੰਮ ਮੁੱਕਣੇ ਆ। ਅਨ ਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ। ਕਹਿੰਦੇ ਤੇ ਤੂੰ ਜਿੱਥੇ ਤੈਨੂੰ ਕਿਤੇ ਤੇਰਾ ਮਨ ਜਿਹੜਾ ਨਾਮ 'ਚ ਜੁਟ ਜੇ, ਉਹ ਜੁਟਣਾ ਸ਼ੁਰੂ ਕਰ। ਇਸੇ ਕਰਕੇ ਅਸੀਂ ਕਿਹਾ ਕਿ ਹਾਥ ਪਾਉ ਸੇ ਕਾਮ ਸਭ ਚੀਤ ਨਿਰੰਜਨ ਨਾਲ ਐਸੀ ਅਵਸਥਾ, ਐਸਾ ਅਭਿਆਸ ਬਣਾਓ। ਤੁਰਦੇ ਫਿਰਦੇ, ਸੈਰ ਕਰਦੇ, ਡਰਾਈਵ ਕਰਦੇ, ਕਿਚਨ 'ਚ ਖਾਣਾ ਬਣਾਉਂਦੇ, ਭਾਂਡੇ ਮਾਂਜਦੇ, ਬਾਹਰ ਅੰਦਰ ਆਉਂਦੇ ਜਾਂਦੇ, ਕੋਈ ਪਰਵਾਹ ਨਹੀਂ ਹੈ। ਉਸ ਵੇਲੇ ਤੁਸੀਂ ਵਾਹਿਗੁਰੂ 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 ਇਹ ਰਸਨਾ ਦੇ ਨਾਲ ਨਾਮ ਉਚਾਰਨਾ। ਕਿਤੇ ਨਹੀਂ ਲਿਖਿਆ ਬਾਣੀ 'ਚ ਚੌਂਕੜੀ ਮਾਰ ਕੇ ਤੁਸੀਂ ਜੀ ਨਾਮ ਜਪੋ। ਕਿਤੇ ਨਹੀਂ ਲਿਖਿਆ ਚੌਂਕੜੀ ਮਾਰ ਕੇ। ਇਹਦੀਆਂ ਕਈ ਐਗਜ਼ਾਮਪਲਸ ਨਿਕਲ ਆਉਣੀਆਂ, ਉਠੰਦਿਆਂ ਬਹੰਦਿਆਂ ਸਵੰਦਿਆਂ। ਸੁਖ ਸੋਈ ਨਾਨਕ ਨਾਮ ਸਲਾਹੀ ਹੈ। ਇਹ ਕੋਈ ਮੈਨੂੰ ਤੁਕ ਯਾਦ ਕਰਵਾ ਸਕਦਾ ਜੀ, ਕਿਸੇ ਨੂੰ ਯਾਦ ਹੋਵੇ? ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ। ਸੁਖ ਸੋਏ। ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ। ਨਾਨਕ ਨਾਮ ਸਲਾਹੀ ਹੈ, ਮਨ ਤਨ ਸੀਤਲ ਹੋਏ। ਏਦਾਂ ਸ਼ੀਤਲ ਹੋਣਾ ਮਨ ਨੇ, ਏਦਾਂ ਠੰਡਾ ਹੋਣਾ ਤਨ ਨੇ, ਨਾਮ ਦੇ ਇਸ਼ਨਾਨ ਦੇ ਨਾਲ। ਇਹ ਵੀ ਜੇ ਦੂਸਰਾ ਪੁਆਇੰਟ ਹੈ, ਜੇ ਕਿਸੇ ਨੂੰ ਮਿਲਦਾ ਕਿ ਕਿਤੇ ਲਿਖਿਆ ਕਿ ਚੌਂਕੜੀ ਮਾਰ ਕੇ ਬੈਠ ਕੇ ਨਾਮ ਜਪਣਾ, ਉਹ ਸਾਨੂੰ ਦੱਸ ਦੇ। ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਮੈਨੂੰ ਲੱਭਾ ਕਿ ਬੈਠ ਕੇ ਇੱਕ ਥਾਂ ਤੇ ਜੀ ਬੜੇ ਇਕਾਂਤ 'ਚ ਜਾ ਕੇ, ਜਾਂ ਜੰਗਲ 'ਚ ਜਾ ਕੇ, ਜਾਂ ਹੋਰ ਬੇਸਮੈਂਟ ਬਣਾ ਕੇ, ਜਾਂ ਭੋਰਾ ਬਣਾ ਕੇ ਕਿਤੇ ਨਾਮ ਜਪਣਾ। ਕਿਤੇ ਨਹੀਂ ਲੱਭਿਆ ਸਾਨੂੰ। ਉਹ ਬਾਣੀ ਕਹਿੰਦੀ ਹੈ ਹਾਥ ਪਾਉ ਸੇ ਕਾਮ ਸਭ ਚੀਤ ਨਿਰੰਜਨ ਨਾਲ।
ਕਹਿੰਦੇ ਟਾਈਮ ਤੇ ਲੱਗਣਾ ਹੀ ਨਹੀਂ ਤੁਹਾਡਾ। ਹਰ ਵੇਲੇ ਅਸੀਂ ਕਿਰਤੀ ਗ੍ਰਸਤੀ ਬੰਦੇ ਬਿਜ਼ੀ ਆ ਆਪਣੇ ਕੰਮਾਂ ਕਾਰਾਂ ਦੇ ਵਿੱਚ। ਇਹ ਤੇ ਤੁਸੀਂ ਕੰਮਕਾਰ ਕਰਦੇ ਕਰਦੇ ਹੀ ਆਪਣਾ ਅਭਿਆਸ ਬਣਾਓ। ਕੰਮਕਾਰ ਕਰਦੇ ਕਰਦੇ ਇਹ ਵੇਲਾ ਨਾ ਖੰਝਾਓ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਟਾਈਮ ਤੇ ਲੱਗਣਾ ਹੀ ਨਹੀਂ। ਅਨਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ। ਕਹਿੰਦੇ ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ। ਕਹਿੰਦੇ ਕਿੱਦਾਂ ਦੀ ਭਗਤੀ ਹੈ। ਤੂੰ ਇੱਕ ਸਾਹ ਵਾਸਤੇ ਵੀ, ਇੱਕ ਤਿਲ ਵਾਸਤੇ ਵੀ ਅਕਾਲ ਪੁਰਖ ਦਾ ਨਾਮ ਜਿਹੜਾ ਵਿਸਾਰ ਦਿੱਤਾ ਹੈ, ਇਹ ਕਿੱਦਾਂ ਦੀ ਭਗਤੀ ਹੈ। ਕਹਿੰਦੇ ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ। ਜੇ ਇੱਕ ਸਾਹ ਵੀ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਖਾਲੀ ਚਲਾ ਜਾਂਦਾ ਹੈ, ਉਹ ਵਿਅਰਥ ਹੈ। ਭਗਤੀ ਕਰਨ ਵਾਸਤੇ ਕੋਈ ਖਾਸ ਵੇਲਾ ਨਹੀਂ ਹੈ, ਕੋਈ ਖਾਸ ਵਕਤ ਨਹੀਂ ਹੈ। ਭਗਤੀ ਕਿਸੇ ਵੇਲੇ ਵੀ ਹੋ ਸਕਦੀ ਹੈ। ਹਰ ਵੇਲੇ ਸਾਨੂੰ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਰਹਿਣ ਦਾ ਹੁਕਮ ਹੈ। ਇਹ ਖੂਬੀ ਹੈ ਗੁਰੂ ਘਰ ਦੀ। ਅਸੀਂ ਗ੍ਰਸਤੀ ਬੰਦੇ ਆ, ਕਿਰਤੀ ਬੰਦੇ ਆ। ਇਹ ਥੋੜਾ ਕਿ ਕੰਮ ਛੱਡ ਕੇ ਅਸੀਂ ਬੈਠਣਾ, ਕਿ ਕੰਮ ਨਹੀਂ ਕਰਨਾ ਭਾਈ, ਨਾਮ ਜਪਣਾ। ਇਹਦਾ ਕਿੱਦਾਂ ਚੱਲੂ ਕੰਮ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਇਸ ਕਰਕੇ ਲਿਖਿਆ ਸਰਬ ਵੇਲਾ ਮੁਖ ਪਾਵੋ। ਮੂੰਹ ਦੇ ਵਿੱਚ, ਰਸਨਾ ਦੇ ਉੱਤੇ ਹਮੇਸ਼ਾ ਅਕਾਲ ਪੁਰਖ ਦਾ ਨਾਮ ਹੋਵੇ, ਸਰਬ ਵੇਲਾ। ਔਰ ਜਿਹੜਾ ਵੇਲਾ ਸਾਡਾ ਨਾਮ ਸਿਮਰਨ ਚ ਲੰਘਦਾ ਹੈ, ਉਹਨੂੰ ਕਹਿੰਦੇ ਆ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਹੈ ਅੰਮ੍ਰਿਤ ਵੇਲਾ। ਇਹ ਸਵੇਰ ਦਾ ਟਾਈਮ ਜਿਹੜਾ ਲਿਖਿਆ, ਇਹਨੂੰ ਲਿਖਿਆ ਝਾਲਾਂਗੇ ਉੱਠ ਨਾਮ ਜਪ, ਝਲਾਂਗੇ ਉੱਠ। ਇਹਨੂੰ ਲਿਖਿਆ ਪੌ ਫੁੱਟੀ, ਚਿੜੀ ਚੌਕੀ ਪੌ ਫੁੱਟੀ। ਸਾਡੀ ਬੋਲੀ ਬੜੀ ਅਮੀਰ ਬੋਲੀ ਹੈ। ਐਸੇ ਐਸੇ ਲਫ਼ਜ਼ ਪਾਤਸ਼ਾਹ ਨੇ ਯੂਜ਼ ਕੀਤੇ ਗੁਰਬਾਣੀ ਦੇ ਵਿੱਚ, ਐਸੇ ਐਸੇ ਲਫ਼ਜ਼ ਸਾਡੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਨੇ। ਉਹਨਾਂ ਦੇ ਮੀਨਿੰਗਸ ਨੇ, ਐਵੇਂ ਹੈਪਹੈਜ਼ਰਡਲੀ ਨਹੀਂ ਲਿਖਿਆ। ਸ਼ਬਦਾਂ ਦੀ ਬਣਤਰ ਬਣਾਈ ਹੈ। ਪਹਿਲਾ ਅੰਕ ਲਿਖਿਆ, ਦੂਜਾ ਅੰਕ ਲਿਖਿਆ, ਰਹਾਉ ਲਿਖਿਆ, ਤੀਜਾ ਚੌਥਾ ਲਿਖਿਆ। ਐਵੇਂ ਨਹੀਂ ਲਿਖਿਆ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੂ ਸਰਬ ਵੇਲਾ ਮੁਖ ਪਾਵੂ। ਪਾਵਹੂ ਇੱਥੇ ਲਾਉਣੀ ਪੈਣੀ ਹੈ, ਕਿਉਂਕਿ ਕਨਸੈਪਟ ਰਹਾਉ ਚੋਂ ਅਸੀਂ ਕੱਢਿਆ। ਕਹਿੰਦੇ ਜਰਾ ਮਰਾ ਤਾਪ ਸਭ ਨਾਠਾ। ਜਰਾ ਕਹਿੰਦੇ ਵਡੇਪੇ ਨੂੰ, ਜਰਾ ਮਰਾ ਤਾਪ ਸਭ ਨਾਠਾ। ਗੁਣ ਗੋਬਿੰਦ ਨਿਤ ਗਾਵਹੂ। ਮੈਂ ਕੀ ਕਰਦਾ, ਮਹੱਲਾ ਪੰਜਵਾਂ। ਕਹਿੰਦੇ ਮੈਂ ਕੀ ਕਰਦਾ, ਮੈਨੂੰ ਕੀ ਹੋ ਰਿਹਾ। ਕਹਿੰਦੇ ਮੈਨੂੰ ਮੇਰਾ ਵਡੇਪਾ ਹੀ ਖਤਮ ਹੋ ਗਿਆ, ਮੈਨੂੰ ਤੇ ਵਡੇਪਾ ਹੀ ਨਹੀਂ ਹੈ। ਮਰਾ ਕਹਿੰਦੇ ਕੋਈ ਮੈਨੂੰ ਮੌਤ ਹੀ ਨਹੀਂ ਹੈ। ਤਾਪ ਕਹਿੰਦੇ ਕੋਈ ਮੈਨੂੰ ਦੁੱਖ ਤਕਲੀਫ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਮੈਂ ਕਹਿੰਦੇ ਉਸ ਗੋਬਿੰਦ ਦੇ, ਉਸ ਅਕਾਲ ਪੁਰਖ ਦੇ, ਉਸ ਪਰਮੇਸ਼ਰ ਦੇ ਜਿਹੜੇ ਗੁਣ ਨੇ, ਉਹਦਾ ਜਿਹੜਾ ਨਾਮ ਹੈ, ਇਹ ਸਿੱਧ ਹੋ ਗਿਆ ਜੀ। ਗੁਣ ਗੋਬਿੰਦ ਨਿਤ ਗਾਵੂ, ਇਸੇ ਨੂੰ ਕਿਹਾ ਹੈ ਗੁਣ ਗਾਉਣਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਨਾਮ ਤੋਂ ਬਿਨਾਂ ਹੀ ਜਿਹੜਾ ਜਨਮ ਹੈ ਤੁਹਾਡਾ ਵਿਅਰਥ ਚਲਾ ਜਾਏਗਾ, ਜੇਕਰ ਨਾਮ ਨਹੀਂ ਜਪਿਆ। ਬਾਕੀ ਪਾਠ ਜਿੰਨੇ ਮਰਜ਼ੀ ਕਰ ਲਓ, ਗਿਣਤੀ ਦੇ 40 ਕਰ ਲਓ, 400 ਕਰ ਲਓ, 4000 ਕਰ ਲਓ, ਉਹ ਸਭ ਇੱਥੇ ਹੀ ਰਹਿ ਜਾਣਾ। ਉਹ ਜਮ ਨੇ ਇੱਥੇ ਹੀ ਲੁੱਟ ਲੈਣਾ। ਕਿਉਂਕਿ ਮੈਂ ਪਿੱਛੇ ਐਕਸਪਲੇਨ ਆਪਾਂ ਕਰਕੇ ਆਏ ਆ, ਵਾਹਿਗੁਰੂ ਪਿੱਛੇ ਆਪਾਂ ਕਰਮ ਧਰਮ ਪਾਖੰਡ ਜੋ ਦਿਸੈ। ਧਰਮ ਦੀ ਦੁਨਿਆਵੀ ਧਰਮ ਦੀ ਦੁਨੀਆ ਦੇ ਵਿੱਚ ਜੋ ਵੀ ਦਿਸਣ ਵਾਲਾ ਕੰਮ ਹੈ, ਉਹਨੂੰ ਮਹਾਰਾਜ ਕਹਿੰਦੇ ਕਰਮ ਕਾਂਡ ਹੈ। ਇਸ ਕਰਕੇ
ਆਪਣੀ ਰਸਨਾ ਦੇ ਨਾਲ ਜਿੱਥੇ ਕਿਤੇ ਥੋੜਾ ਆਵਾਜ਼ ਨਿਕਲ ਸਕਦੀ ਹੋਵੇ, ਆਪਾਂ ਇਕਾਂਤ ਚ ਹੋਈਏ ਕਿਤੇ, ਉੱਥੇ ਆਵਾਜ਼ ਕੱਢ ਕੇ ਆਪਣੇ ਕੰਨਾਂ ਨਾਲ ਸੁਣੀਏ। ਅਦਰਵਾਈਜ਼ ਬਹੁਤ ਹੌਲੀ ਵੀ ਅਸੀਂ ਵਿਸਪਰ ਵੀ ਕਰਾਂਗੇ, ਤਾਂ ਵੀ ਸਾਨੂੰ ਸਾਡੇ ਕੰਨ, ਸਾਡੇ ਹਿਰਦੇ ਨੇ ਸੁਣ ਲੈਣਾ ਰਸਨਾ। ਜੇ ਅਸੀਂ ਇਸ ਤਰ੍ਹਾਂ ਵੀ ਬੋਲਾਂਗੇ ਨਾ, ਵਾਹਿਗੁਰੂ, ਕੰਨਾਂ ਨੂੰ ਆਵਾਜ਼ ਪੈ ਜਾਣੀ ਹੈ। ਇਸ ਤਰ੍ਹਾਂ ਹੀ ਬੋਲੀ ਜਾਓ। ਮਹੱਲਾ ਪੰਜਵਾਂ ਕਹਿ ਰਿਹਾ, ਮੇਰਾ ਬੁਢੇਪਾ ਖਤਮ ਹੋ ਗਿਆ, ਮੇਰਾ ਮੌਤ ਮੇਰੀ ਖਤਮ ਹੋ ਗਈ, ਮੈਂ ਤਾਂ ਸਦਾ ਸਦਾ ਵਾਸਤੇ ਨਾਨਕ ਜੀਵ ਦਾ ਪੁਰਖ ਧਿਆਇਆ, ਨਾਨਕ ਜੀਵ ਦਾ ਪੁਰਖ ਧਿਆਇਆ, ਮੈਂ ਤਾਂ ਸਦਾ ਸਦਾ ਵਾਸਤੇ ਥਿਰ ਰਿਹਾ। ਕਿਉਂ ਰਹੀ ਹੈ ਥਿਰ ਜਗ? ਇਹ ਉਪਾਅ ਨੇ ਜੱਗ ਦੇ ਵਿੱਚ ਥਿਰ ਰਹਿਣ ਦੇ। ਮਹੱਲਾ ਪੰਜਵਾਂ ਕਿਤੇ ਗਏ ਆ ਸਾਡੇ ਕੋਲ ਬੈਠੇ ਸਾਹਮਣੇ ਸਾਡੇ ਬਚਨ ਮਹੱਲੇ ਪੰਜਵੇਂ ਦੇ ਨੇ, ਉਹ ਜਿਉਂਦੇ ਨੇ। ਉਹ ਜਿਉਂਦਿਆਂ ਜਾਗਦਿਆਂ ਦੇ ਦਰਸ਼ਨ ਸੰਭਵ ਨੇ, ਪੋਸੀਬਲ ਨੇ। ਨਾ ਉਹਨਾਂ ਨੂੰ ਕੋਈ ਜਰਾ ਰਿਹਾ, ਨਾ ਉਹਨਾਂ ਨੂੰ ਮਰਾ, ਨਾ ਉਹਨਾਂ ਨੂੰ ਬੁਢੇਪਾ, ਨਾ ਮੌਤ, ਨਾ ਦੁੱਖ ਤਕਲੀਫ, ਸਭ ਨੱਠ ਗਿਆ, ਸਭ ਨੱਠ ਗਿਆ। ਕੀ ਕੀਤਾ ਉਹਨਾਂ ਨੇ? ਉਹਨਾਂ ਨੇ ਆਪਣਾ ਜਿਹੜਾ ਕਨੈਕਸ਼ਨ ਸੀ ਸਰੀਰ ਦਾ, ਡਾਕਟਰ ਨੇ ਕਿਤੇ ਬਾਂਹ ਵੱਢਣੀ ਹੋਏ ਤੇ ਪਹਿਲੋਂ ਟੀਕਾ ਲਾ ਕੇ ਉਹਨੂੰ ਕਹਿੰਦੇ ਜੀ ਸੁੰਨ ਕਰ ਦਿੰਦੇ ਆ। ਅਸਲ ਦੇ ਵਿੱਚ ਉਹ ਉਸ ਹਿੱਸੇ ਦਾ ਦਿਮਾਗ ਦੇ ਨਾਲੋਂ ਕਨੈਕਸ਼ਨ ਤੋੜਦੇ ਆ। ਉਹ ਦਿਮਾਗ ਨਾਲੋਂ ਕਨੈਕਸ਼ਨ ਤੋੜ ਲਿਆ, ਬਾਂਹ ਜਿੱਦਾਂ ਮਰਜ਼ੀ ਵੱਢੀ ਜਾਣ ਡਾਕਟਰ, ਉਹ ਬੰਦੇ ਨੂੰ, ਪੇਸ਼ੈਂਟ ਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦੀ। ਇਸ ਤਰ੍ਹਾਂ ਆਪਣਾ ਅੰਦਰੋਂ ਜਿਹੜਾ ਕਨੈਕਸ਼ਨ, ਮੋਹ ਮਾਇਆ ਦਾ, ਸਰੀਰ ਦਾ ਕਨੈਕਸ਼ਨ ਅਸੀਂ ਤੋੜ ਸਕਦੇ ਹਾਂ। ਇਹ ਸੂਖਮ ਜਿਹੜਾ ਸਥੂਲ ਜਿਹੜਾ ਸਾਡਾ ਸਰੀਰ ਹੈ, ਉਹ ਅਸੀਂ ਆਪਣੇ ਐਸ ਸਰੀਰ ਤੋਂ ਵੱਖ ਕਰ ਸਕਦੇ ਹਾਂ। ਸਿੱਧ ਹੋ ਗਿਆ ਕਿ ਕੋਈ ਸਾਡੇ ਸਰੀਰ ਦੇ ਅੰਦਰ ਕੋਈ ਆਤਮਾ ਹੈ, ਕੋਈ ਮਨ ਹੈ, ਜਿਹੜੇ ਕਦੇ ਮਰਦੀ ਨਹੀਂ ਹੈ। ਇਸੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਜਦੋਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਇਆ। ਕਦੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ, ਕਦੇ ਉਹਨਾਂ ਨੂੰ ਗਰਮ ਰੇਤਾ ਉਹਨਾਂ ਦੇ ਸਰੀਰ ਤੇ ਪਾਇਆ, ਫਿਰ ਠੰਡੇ ਪਾਣੀਆਂ ਚ ਉਹਨਾਂ ਨੂੰ ਗੋਤੇ ਦਿੱਤੇ ਗਏ। ਉਹ ਤੇ ਅੰਦਰੋਂ ਜੁੜੇ ਸੀ, ਅੰਦਰੋਂ ਨਾਮ ਅਭਿਆਸ, ਨਾਮ ਸ਼ਬਦ ਦਾ ਜਾਪ ਉਹਨਾਂ ਦਾ ਚੱਲਦਾ ਸੀ। ਕੋਈ ਕਨੈਕਸ਼ਨ ਹੀ ਹੈ ਨਹੀਂ ਸੀ ਉਹਨਾਂ ਦਾ ਇਸ ਸਰੀਰ ਦੇ ਨਾਲ। ਆ ਹੁਣ ਦੀ ਗੱਲ ਹੈ, ਕੈਲੀਫੋਰਨੀਆ ਦੀ ਗੱਲ ਹੈ। ਇੱਥੇ ਗੁਰਮੁਖ ਪਿਆਰੇ ਸੀ, ਉਹਨਾਂ ਨੂੰ ਹਾਰਟ ਦੀ ਤਕਲੀਫ ਹੋਈ। ਇਹ ਦੱਸਿਆ ਮੈਨੂੰ ਗੁਰਮੁਖ ਪਿਆਰੇ ਕਈਆਂ ਨੇ ਦੱਸਿਆ, ਮੈਂ ਉਹਨਾਂ ਨੂੰ ਮਿਲਿਆ ਨਹੀਂ ਕਿਉਂਕਿ ਬਹੁਤ ਸਾਲ ਪਹਿਲਾਂ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਨੇ, ਜਾ ਚੁੱਕੇ ਨੇ ਇੱਥੋਂ। ਤੇ ਉਹਨਾਂ ਨੂੰ ਹਾਰਟ ਦੀ ਤਕਲੀਫ ਹੋਈ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਨਾਮ ਅਭਿਆਸ ਬਹੁਤ ਸੀ, ਬਾਣੀ ਦਾ ਬੜਾ ਜ਼ਬਰਦਸਤ ਗਿਆਨ ਸੀ ਉਹਨਾਂ ਨੂੰ। ਔਰ ਡਾਕਟਰ ਕਹਿੰਦੇ ਜੀ ਤਾਂ ਸਾਨੂੰ ਆਪਰੇਸ਼ਨ ਕਰਨਾ ਪੈਣਾ। ਕਹਿੰਦੇ ਫਿਰ ਠੀਕ ਹੈ, ਮੈਨੂੰ ਸੁੰਨ ਨਾ ਕਰੋ। ਕਹਿੰਦੇ ਮੇਰੀ ਬਰਦਾਸ਼ਤ ਇੰਨਾ ਮੇਰੇ ਸਰੀਰ ਦੇ ਵਿੱਚ ਹੈ ਕਿ ਮੈਂ ਉਹ ਆਪਣਾ ਸੂਖਮ ਸਰੀਰ ਜਿਹੜਾ ਮੈਂ ਬਾਹਰ ਕੱਢ ਲੈਣਾ ਆਪਣੀ ਦੇਹ ਚੋਂ, ਤੇ ਮੈਂ ਆਪਣਾ ਆਪਰੇਸ਼ਨ ਹੁੰਦਾ ਦੇਖਣਾ। ਫਿਰ ਇਹ ਦੱਸਦੇ ਆ, ਆਮ ਨਾਟ ਪ੍ਰੀਟੀ ਸ਼ੋਰ ਕਿ ਇਹ ਗੱਲ ਕਿੰਨੀ ਕੁ ਰੱਖਦੀ ਹੈ ਵਜ਼ਨ, ਪਰ ਬਹੁਤ ਗੁਰਮੁਖਾਂ ਨੇ ਮੈਨੂੰ ਦੱਸਿਆ, ਇਸ ਕਰਕੇ ਝੂਠ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਹੋਣਾ। ਕਹਿੰਦੇ ਫਿਰ ਸਿੰਗਾਪੁਰ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਆਪਰੇਸ਼ਨ ਕਰਵਾਇਆ, ਬਿਨਾਂ ਸੁੰਨ ਕੀਤਿਆਂ ਡਾਕਟਰ ਨੇ ਉਹਨਾਂ ਦੇ ਹਾਰਟ ਦਾ ਆਪਰੇਸ਼ਨ ਕੀਤਾ। ਕਿਉਂਕਿ ਉਹ ਕਹਿੰਦੇ ਮੇਰਾ ਕਨੈਕਸ਼ਨ ਹੀ ਕੋਈ ਨਹੀਂ ਮੇਰੇ ਸਰੀਰ ਦੇ ਨਾਲ। ਮੇਰਾ ਸੂਖਮ ਸਰੀਰ ਜਦੋਂ ਮਰਜੀ ਮੈਂ ਉਡਾਰੀ ਮਾਰ ਕੇ ਮੈਂ ਬ੍ਰਹਿਮੰਡ ਦੇ ਵਿੱਚ ਜਿੱਥੇ ਮਰਜੀ ਜਾਵਾਂ। ਹੁਣ ਮਨ ਹੈ, ਅਸੀਂ ਸੋਚੀਏ ਇੱਥੇ ਬੈਠੇ ਆ, ਮੈਂ ਆਪਣੇ ਰੂਮ 'ਚ ਇੱਥੇ ਬੈਠਾ, ਕੋਈ ਸੋਚ ਲਾਂ ਮੈਂ ਆਪਣੇ ਪਿੰਡ ਜਾਣਾ, ਉੱਥੇ ਪਟਿਆਲੇ ਬਲਵੇੜੇ ਮੈਂ ਜਾਵਾਂ, ਜਿੱਦਾਂ ਮਰਜੀ ਆਪਣੀ ਸੋਚ ਦੇ ਅਨੁਸਾਰ। ਇਸ ਤਰ੍ਹਾਂ ਸੂਖਮ ਸਰੀਰ ਜਿਹੜਾ ਹੈ ਆਪਣੇ ਉਡਾਰੀ ਮਾਰ ਕੇ ਤੁਹਾਡੇ ਸਰੀਰ ਦੇ ਵਿੱਚੋਂ ਲੰਘਦਾ। ਇਹਨੂੰ ਤੁਸੀਂ ਅਸਲ 'ਚ ਕਰ ਸਕਦੇ ਹੋ। ਜਿਸ ਤਰ੍ਹਾਂ ਤੁਹਾਡੇ ਖਿਆਲ ਆਪਣੇ ਪਿੰਡ ਉੱਥੇ ਚਲੇ ਜਾਂਦੇ ਆ ਜਾਂ ਹੋਰ ਕਿਤੇ ਚਲੇ ਜਾਂਦੇ ਆ, ਇਸ ਤਰ੍ਹਾਂ ਤੁਹਾਡਾ ਮਨ ਵੀ ਜਾ ਸਕਦਾ ਹੈ। ਇਸ ਤਰ੍ਹਾਂ ਤੁਹਾਡਾ ਜਿਹੜਾ ਮਨ ਹੈ ਅੰਦਰ, ਜਿਹਨੂੰ ਦਰਦ ਹੁੰਦਾ ਹੈ, ਜਿਹੜਾ ਜਿਹੜਾ ਪੇਨ ਫੀਲ ਕਰਦਾ ਹੈ, ਜਿਹਦੇ ਨਾਲੋਂ ਕਨੈਕਸ਼ਨ ਸਾਡਾ ਤੋੜਿਆ ਜਾਂਦਾ ਹੈ,
ਉਹ ਮਨ ਨੂੰ ਤੁਸੀਂ ਬਾਹਰ ਕੱਢ ਸਕਦੇ ਆਪਣੇ ਸਰੀਰ ਤੋਂ। ਜਰਾ ਮਰਾ ਤਾਪ ਸਭ ਨਾਠਾ। ਉਹਨਾਂ ਨੇ ਤੱਤੀ ਤਵੀ ਤੇ ਬਿਠਾਤਾ ਪਾਤਸ਼ਾਹ ਨੂੰ, ਸੀਸ ਚ ਰੇਤਾ, ਸਰੀਰ ਤੇ ਰੇਤਾ, ਔਰ ਇਹ ਇੱਕ ਡਾਕੂਮੈਂਟ ਨਵਾਂ ਮਿਲਿਆ ਪੋਰਟੁਗਲ ਕੰਟਰੀ ਦੇ ਵਿੱਚ। 10-12 ਸਾਲ ਪਹਿਲਾਂ ਦੀ ਗੱਲ ਹੈ। ਇੰਗਲੈਂਡ ਦੇ ਵਿੱਚ ਉਹ ਡਾਕੂਮੈਂਟ ਲੈ ਕੇ ਆਏ ਸੀ ਸਿੰਘ। ਕਿਸੇ ਪਾਦਰੀ ਨੇ ਜਿਹੜਾ ਉੱਥੇ ਉਸ ਵੇਲੇ ਇੰਡੀਆ ਗਿਆ ਹੋਇਆ ਸੀ ਯਾਤਰਾ ਤੇ, ਉਹਨੇ ਸਾਰਾ ਉਹ ਬਿਰਤਾਂਤ ਪੰਜਵੇਂ ਪਾਤਸ਼ਾਹ ਦਾ ਆਪਣੀ ਡਾਇਰੀ ਦੇ ਵਿੱਚ, ਆਪਣੀ ਬੋਲੀ ਦੇ ਵਿੱਚ ਦਰਜ ਕੀਤਾ ਹੋਇਆ। ਮੈਨੂੰ ਯਾਦ ਹੈ ਇੰਗਲੈਂਡ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਆਏ ਸੀ, ਔਰ ਉਹਨਾਂ ਨੂੰ ਇਹ ਡਾਕੂਮੈਂਟ ਪ੍ਰੈਜ਼ੈਂਟ ਕੀਤਾ ਗਿਆ ਸੀ ਉੱਥੇ ਅੰਮ੍ਰਿਤਸਰ ਮਿਊਜ਼ੀਅਮ ਦੇ ਵਿੱਚ ਰੱਖਣ ਵਾਸਤੇ, ਆਪਣੇ ਰੈਕੋਰਡ ਦੇ ਵਿੱਚ ਰੱਖਣ ਵਾਸਤੇ। ਮਹੱਲਾ ਪੰਜਵਾਂ ਕਹਿੰਦੇ, ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੂ। ਮੈਂ ਤੇ ਹਮੇਸ਼ਾ ਹਮੇਸ਼ਾ ਵਾਸਤੇ ਇਹ ਭੋਜਨ ਛਕ ਰਿਹਾ, ਨਾਮ ਦਾ ਭੋਜਨ ਛਕ ਰਿਹਾ, ਇਹ ਅੰਮ੍ਰਿਤ ਨਾਮ ਦਾ ਭੋਜਨ ਮੈਂ ਛਕ ਰਿਹਾ। ਸਰਬ ਵੇਲਾ ਮੁਖ ਪਾਵੋ, ਆਪਣੇ ਹਰ ਵੇਲੇ ਮੈਂ ਨਾਮ ਸਿਮਰਨ ਆਪਣੀ ਰਸਨਾ ਦੇ ਨਾਲ ਕਰ ਰਿਹਾ। ਮੈਨੂੰ ਕੋਈ ਵਡੇਪਾ ਨਹੀਂ ਹੈ, ਮੈਨੂੰ ਕੋਈ ਮੌਤ ਨਹੀਂ ਹੈ, ਮੈਨੂੰ ਕੋਈ ਦੁੱਖ ਕਲੇਸ਼ ਨਹੀਂ ਹੈ, ਕੋਈ ਤਾਪ ਨਹੀਂ ਹੈ, ਤੇ ਮੈਂ ਅਕਾਲ ਪੁਰਖ ਦੇ ਗੋਬਿੰਦ ਦੇ ਗੁਣ ਗਾਈ ਜਾ ਰਿਹਾ। ਮੈਂ ਕਿਉਂ ਕਰ ਰਿਹਾ ਸਾਰਾ ਕੁਝ? ਇਹ ਸਾਰਾ ਕੁਝ ਕਹਿੰਦੇ ਮੈਂ ਕਿਉਂ ਕਰ ਰਿਹਾ? ਕਹਿੰਦੇ ਪ੍ਰਭ ਬਾਣੀ ਸ਼ਬਦ ਸੁਭਾਖਿਆ। ਕਹਿੰਦੇ ਇਹ ਤੇ ਇੰਨੀ ਪਵਿੱਤਰ ਭਾਖਿਆ ਹੈ, ਇਹਨਾਂ ਤੇ ਹਟਣਾ ਹੀ ਨਹੀਂ ਚਾਹੀਦਾ ਬੋਲਣੋਂ। ਇਹ ਤੇ ਬੋਲਣੋਂ ਹਟੀਏ ਹੀ ਨਾ। ਗਾਵਹੂੰ ਸੁਣਹੂੰ ਪੜ੍ਹੂੰ ਨਿਤ ਭਾਈ, ਇਹ ਤੇ ਮੈਨੂੰ ਸਦਾ ਸਦਾ ਵਾਸਤੇ ਭਾ ਗਈ ਹੈ। ਭਾਈ ਦਾ ਮਤਲਬ ਹਰ ਥਾਂ ਤੇ ਭਰਾ ਨਹੀਂ ਹੈ। ਇੱਥੇ ਵੀ ਲਿਖਿਆ, ਓ ਸਿਬਲਿੰਗਸ ਆਫ ਡੈਸਟੀਨੀ ਐਂਡ ਦਾ ਪਰਫੈਕਟ ਗੁਰੂ ਸ਼ੈਲ ਸੇਵ ਯੂ। ਸਿਬਲਿੰਗਸ ਆਫ ਡੈਸਟੀਨੀ, ਇਹ ਭਰਾ ਨਹੀਂ ਹੈ। ਉੱਥੇ ਲਿਖਿਆ ਭਾਈ ਰੇ ਰਾਮ ਕਹੋ ਚਿਤ ਲਾਏ, ਉੱਥੇ ਲਿਖਿਆ ਭਾਈ, ਗੁਰੂ ਸਾਹਿਬ ਨੇ ਭਾਈ ਕਹਿ ਕੇ ਸੰਬੋਧਨ ਕੀਤਾ। ਇੱਥੇ ਲਿਖਿਆ ਗਾਵਹੂੰ ਸੁਣਹੂੰ ਪੜ੍ਹੂੰ ਨਿਤ ਭਾਈ, ਇਹ ਮੈਨੂੰ ਸਦਾ ਸਦਾ ਵਾਸਤੇ ਜਿਹੜੀ ਭਾਖਿਆ ਭਾ ਗਈ ਹੈ। ਅਕਾਲ ਪੁਰਖ ਨੇ ਬੜਾ ਤਰਸ ਕੀਤਾ ਮੇਰੇ ਤੇ। ਸੋ ਮੈਂ ਅੰਮ੍ਰਿਤ ਨਾਮ ਭੋਜਨ ਮੈਂ ਸਦਾ ਭੁੰਚ ਰਿਹਾ, ਸਰਬ ਵੇਲਾ। ਮੈਂ ਨਹੀਂ ਕੋਈ ਵੇਲਾ ਕਹਿੰਦੇ ਮਿਥਿਆ ਸਵੇਰੇ 2 ਤੋਂ ਲੈ ਕੇ ਜਾਂ 6 ਤੱਕ ਜਾਂ 4 ਤੋਂ ਲੈ ਕੇ 8 ਤੱਕ, ਮੈਂ ਕੋਈ ਵੇਲਾ ਨਹੀਂ ਮਿਥਿਆ। ਕਹਿੰਦੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਫਿਰ ਭਗਤੀ ਕਿਹੜੇ ਵੇਲੇ ਕਰਨੀ ਹੈ? ਮੈਨੂੰ ਕੋਈ ਵਡੇਪਾ ਨਹੀਂ, ਮੈਨੂੰ ਮੌਤ ਨਹੀਂ, ਤਾਪ ਨਹੀਂ। ਕਹਿੰਦੇ ਸੁਣੀ ਅਰਦਾਸ ਸੁਆਮੀ ਮੇਰਾ, ਇਹ ਤੇ ਪਾਤਸ਼ਾਹ ਨੇ, ਮੇਰੇ ਸੁਆਮੀ ਨੇ, ਮੇਰੇ ਮਾਲਕ ਨੇ ਮੇਰੀ ਅਰਦਾਸ ਸੁਣ ਲਈ ਹੈ। ਸਰਬ ਕਲਾ ਬਣ ਆਈ, ਸਰਬ ਕਲਾ ਬਣ ਆਈ। ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਨਾਮ ਜਪਿਆ, ਮਾਲਕ ਨੇ ਅਰਦਾਸ ਸੁਣ ਲਈ ਹੈ। ਉਹੀ ਬੇਨਤੀ ਰੂਪ ਹੋ ਕੇ ਨਾਮ ਜਪਣ ਨੂੰ ਹੀ ਅਰਦਾਸ ਕਹਿੰਦੇ ਹੈ। ਹੁਣ ਇਹ ਮਹੱਲੇ ਪੰਜਵੇਂ ਦਾ ਸ਼ਬਦ ਹੈ। ਉਸ ਵੇਲੇ ਅਰਦਾਸ ਦਾ ਜ਼ਿਕਰ ਆ ਰਿਹਾ, ਸੁਣੀ ਅਰਦਾਸ ਹੈ ਸੁਆਮੀ ਮੇਰੇ। ਉਸ ਅਰਦਾਸ ਦੇ ਜ਼ਰੀਏ, ਉਸ ਅਰਦਾਸ ਦੇ ਨਾਲ ਸਰਬ ਕਲਾ ਬਣ ਆਈ। ਮਾਲਕ ਨੇ ਅਰਦਾਸ ਸੁਣੀ ਹੈ, ਮੇਰੇ ਕਰੋੜਾਂ ਵਿਘਨ ਜਿਹੜੇ ਮੇਰੇ ਦੂਰ ਹੋ ਗਏ ਨੇ। ਮੈਨੂੰ ਕੋਈ ਜਰਾ ਨਹੀਂ ਹੈ, ਮੈਨੂੰ ਕੋਈ ਵਡੇਪੇ ਦਾ ਰੋਗ ਨਹੀਂ ਹੈ, ਮੈਨੂੰ ਮਰਾ ਨਹੀਂ, ਮੌਤ ਨਹੀਂ ਹੈ, ਮੈਨੂੰ ਦੁੱਖ ਕਲੇਸ਼ ਨਹੀਂ ਹੈ। ਮੇਰਾ ਮਨ ਤਨ ਦੋਨੇ ਅਰੋਗ ਨੇ। ਸਭ ਤੋਂ ਉੱਪਰ, ਸਭ ਤੋਂ ਉੱਤੇ ਟੀਸੀ ਤੇ ਲਿਖਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਕਹਿੰਦੇ ਕਿਰਪਾ ਅਰਦਾਸ ਜਿਹੜੀ ਮੈਂ ਨਾਮ ਜਪ ਜਪ ਕੇ ਇਹੀ ਅਰਦਾਸ ਬਣ ਗਈ, ਕਿਉਂਕਿ ਸਰਬ ਵੇਲਾ ਮੈਂ ਨਾਮ ਸਿਮਰਨ ਦੇ ਵਿੱਚ ਆਪਣੇ ਮਨ ਨੂੰ ਲਾ ਰੱਖਿਆ, ਇਹੀ ਮੇਰੀ ਅਰਦਾਸ ਬਣ ਗਈ ਹੈ। ਸੁਣੀ ਅਰਦਾਸ ਸੁਆਮੀ ਮੇਰੇ। ਹੋਰ ਇੱਥੇ ਪ੍ਰਥਮ ਭਗਉਤੀ ਸਿਮਰ ਕੇ ਨਹੀਂ ਹੈ, ਕਿਉਂਕਿ ਉਸ ਵੇਲੇ ਦੀ ਆਪਾਂ ਗੱਲ ਕਰ ਰਹੇ ਹਾਂ, ਮਹੱਲੇ ਪੰਜਵੇਂ ਦਾ।
ਜਿਹੜਾ ਕਾਲ ਹੈ, ਜਿਹੜਾ ਪੀਰੀਅਡ ਹੈ ਉਹਨਾਂ ਦਾ। ਸੁਣੀ ਅਰਦਾਸ ਸੁਆਮੀ ਮੇਰਾ, ਮੇਰਾ ਮੇਰੇ ਅੰਦਰ, ਤਾਂ ਦੋ ਲਾਵਾਂ ਪਾਈਆਂ, ਮੇਰਾ, ਮੇਰੇ ਨਹੀਂ ਲਿਖਿਆ, ਮੇਰਾ। ਜਿਹੜਾ ਮੇਰੇ ਅੰਦਰ ਹੀ ਸੁਆਮੀ ਪ੍ਰਗਟ ਹੋ ਗਿਆ, ਉਹਨੇ ਮੇਰੀ ਅਰਦਾਸ ਸੁਣ ਲਈ ਹੈ। ਸਰਬ ਕਲਾ ਬਣ ਆਈ, ਐਸੀ ਐਸੀ ਕਲਾ ਬਣ ਗਈ ਹੈ, ਐਸੀ ਕਲਾ ਦੇ ਵਿੱਚ ਮੈਂ ਖੇਡ ਰਿਹਾ ਕਿ ਮੈਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਕਹਿੰਦੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਨਾਮ ਜਪਿਆ, ਮਾਲਕ ਨੇ ਬੇਨਤੀ ਸੁਣੀ ਹੈ, ਕਰੋੜਾਂ ਵਿਘਨਾਂ ਦਾ ਟਾਕਰਾ ਕਰਨ ਵਾਸਤੇ ਅੰਦਰ ਤਾਕਤ ਭਰ ਦਿੱਤੀ ਹੈ। ਸੋ ਗੁਰੂ ਦੀ ਇਹ ਜਿਹੜੀ ਵਡਿਆਈ ਹੈ, ਇਹ ਜਿਹੜੀ ਅਜ਼ਮਤ ਹੈ ਪਾਤਸ਼ਾਹ ਦੀ, ਸਾਰੇ ਯੁੱਗਾਂ ਦੇ ਵਿੱਚ ਪ੍ਰਤੱਖ ਉਗੜੀ ਰਹੇਗੀ ਸਦਾ ਸਦਾ ਵਾਸਤੇ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਉਹ ਅਰਦਾਸ ਕਿਹੜੀ ਹੈ ਜਿਹੜੀ ਸੁਆਮੀ ਨੇ ਸੁਣੀ ਹੈ, ਜਿਹੜੀ ਮਾਲਕ ਨੇ ਸੁਣੀ ਹੈ। ਉਹ ਸਰਬ ਕਲਾ ਕਿਹੜੀ ਹੈ ਜਿਹੜੀ ਮੇਰੇ ਅੰਦਰ ਪ੍ਰਗਟ ਹੋਈ ਹੈ। ਉਹ ਵਡਿਆਈ ਕਿਹੜੀ ਹੈ ਜਿਹੜੀ ਸਗਲੇ ਯੁੱਗ ਦੇ ਵਿੱਚ ਪ੍ਰਗਟ ਹੋਈ ਹੈ। ਉਹ ਹੈ ਪ੍ਰਭ ਬਾਣੀ, ਸ਼ਬਦ ਸੁਭਾਖਿਆ। ਇਹ ਸ਼ਬਦ ਦੀ ਸੁਭਾਖਿਆ, ਉੱਤਮ ਬੋਲੀ, ਉੱਤਮ ਬਾਣੀ। ਕਹਿੰਦੇ ਮੈਂ ਕੀ ਕਰ ਰਿਹਾ ਹੁਣ, ਪ੍ਰਭੂ ਨੇ ਮੇਰੀ ਅਰਦਾਸ ਵੀ ਸੁਣ ਲਈ, ਮੇਰਾ ਜਰਾ ਮਰਾ ਵੀ ਖਤਮ ਹੋ ਗਿਆ। ਮੈਨੂੰ ਗੁਰੂ ਨਾਨਕ ਦੀ ਵਡਿਆਈ ਦਾ ਵੀ ਪਤਾ ਲੱਗ ਗਿਆ। ਕੀ ਫਿਰ ਮੈਂ ਨਾਮ ਜਪਣੋਂ ਹਟ ਗਿਆ? ਮੇਰਾ ਸਰੀਰ ਵੀ ਖਤਮ ਕਰ ਦਿੱਤਾ, ਤਤੀ ਤਵੀ ਤੇ ਭੁੰਨ ਸਿਟਿਆ। ਕੀ ਫਿਰ ਮੈਂ ਨਾਮ ਜਪਣੋਂ ਹਟ ਗਿਆ? ਸਿੱਧ ਹੋ ਗਿਆ ਕਿ ਕੋਈ ਹੈ ਇਸ ਗ੍ਰਹਿ ਮੈਂ, ਕੋਈ ਜਾਗਤ ਰਹਿ। ਜਿਹੜਾ ਤੁਹਾਡੇ ਸਰੀਰ ਦੇ ਵਿੱਚ ਇੱਕ ਜਿਹੜੀ ਬਿਜਲੀ ਹੈ, ਦੇਹ ਜਿਹੜੀ ਹੈ, ਉਹ ਮਾਤਾ ਪਿਤਾ ਦੇ ਸੰਯੋਗ ਨਾਲ ਬਣ ਗਈ ਹੈ। ਜਿਹੜੀ ਉਹਦੇ ਚ ਜੋਤ ਰੱਖੀ ਹੈ, ਅਕਾਲ ਪੁਰਖ ਨੇ ਆਪਣੀ ਜੋਤ ਰੱਖੀ ਹੈ, ਜਿਹਨੂੰ ਅਸੀਂ ਪ੍ਰਗਟ ਕਰਨ ਵਾਸਤੇ ਇਸ ਜਹਾਨ ਤੇ ਆਏ ਹਾਂ, ਇਸ ਸੰਸਾਰ ਚ ਆਏ ਹਾਂ। ਸਰੀਰ ਖਤਮ ਹੋ ਗਿਆ। ਕਹਿੰਦੇ ਕੀ ਮੈਂ ਨਾਮ ਸਿਮਰਨ ਕਰਨ ਤੋਂ ਹਟ ਗਿਆ? ਕਹਿੰਦੇ ਨਹੀਂ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੂੰ ਸੁਣਹੂੰ ਪੜ੍ਹੂੰ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਰਹਾਓ। ਇਹ ਹੈ ਨਾਮ ਸਿਮਰਨ ਦੀ ਤਾਕਤ, ਇਹ ਹੈ ਨਾਮ ਸਿਮਰਨ ਦਾ ਬਲ, ਇਹ ਹੈ ਸਾਨੂੰ ਹੁਕਮ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਹੈ ਸਾਡਾ ਇਸ਼ਨਾਨ। ਇਹਦੇ ਨਾਲ ਹੀ ਸਾਡੇ ਕੋਟ ਵਿਘਨ ਲੱਥਣੇ ਹੈ, ਮੈਲ ਉਤਰਨੀ ਹੈ ਸਾਡੀ। ਸਾਡੀ ਕਾਲਖ ਜਿਹੜੀ ਹੈ, ਅਸੀਂ ਤੇ ਕਾਲਖ ਨਾਲ ਭਰੇ ਪਏ ਹਾਂ। ਕੋਲਿਆਂ ਦੀ ਫੈਕਟਰੀ 'ਚ ਕੰਮ ਜਦੋਂ ਕਰਦੇ ਸੀ, ਕੰਮ ਇੰਗਲੈਂਡ ਦੇ ਵਿੱਚ ਪੁਰਾਣੇ ਦਿਨਾਂ ਦੇ ਵਿੱਚ, ਜਦੋਂ ਹਿੰਦੁਸਤਾਨ ਆਜ਼ਾਦ ਹੋਇਆ, ਉਸ ਸਮੇਂ ਬਹੁਤ ਉੱਥੋਂ ਆਪਣੇ ਪੰਜਾਬੀ ਲੋਕ ਆਏ ਨੇ, ਔਰ ਉਹ ਦੱਸਦੇ ਨੇ, ਸਾਰੇ ਬਜ਼ੁਰਗ ਹੋ ਗਏ ਨੇ, ਮੇਰਾ ਬੜਾ ਪ੍ਰੇਮ ਪਿਆਰ ਉਹਨਾਂ ਦੇ ਨਾਲ। ਉਹ ਦੱਸਦੇ ਨੇ, ਕਹਿੰਦੇ ਕੋਲਿਆਂ ਦੀ ਫੈਕਟਰੀ 'ਚ ਅਸੀਂ ਖਾਨ ਦੇ ਵਿੱਚ ਕੰਮ ਕਰਨਾ, ਔਰ ਪਤਾ ਨਹੀਂ ਸੀ ਲੱਗਦਾ ਕਿਹੜਾ ਰਜਿੰਦਰ ਸਿੰਘ ਹੈ, ਕਿਹੜਾ ਮਹਿੰਦਰ ਸਿੰਘ ਹੈ, ਕਿਹੜਾ ਧਰਮਿੰਦਰ ਸਿੰਘ ਹੈ, ਪਤਾ ਨਹੀਂ ਸੀ ਲੱਗਦਾ। ਕਹਿੰਦੇ ਜਾ ਕੇ ਸ਼ਾਵਰਾਂ ਦੇ ਵਿੱਚ ਜਦੋਂ ਨਹਾਈਦਾ ਸੀ, ਮੂੰਹ ਮਾੜੇ ਜਿਹੇ ਚਮਕਦੇ ਸੀ, ਫਿਰ ਪਤਾ ਲੱਗਦਾ ਸੀ ਇੱਕ ਦੂਜੇ ਦੀ ਸ਼ਕਲਾਂ ਦਾ। ਇਹ ਸਾਨੂੰ ਇਸ ਤਰ੍ਹਾਂ ਨਾਮ ਜਪ ਜਪ ਕੇ ਜਿਹੜਾ ਸਾਡਾ ਅਸਲ ਟਿਕਾਣਾ ਹੈ, ਸਾਨੂੰ ਉੱਥੇ ਪਹੁੰਚਣਾ ਪੈਣਾ, ਸਾਨੂੰ ਮੁੱਖ ਉਜਲ ਕਰਨਾ ਪੈਣਾ। ਉਦੋਂ ਤੱਕ ਨਹੀਂ ਪਤਾ ਲੱਗੂਗਾ, ਉਦੋਂ ਤੱਕ ਸੰਜੋਗ ਪ੍ਰਗਟ ਨਹੀਂ ਹੋਣਗੇ, ਜਦੋਂ ਤੱਕ ਅਸੀਂ ਨਾਮ ਜਪ ਜਪ ਕੇ ਮਿਹਨਤ ਨਹੀਂ ਕਰਦੇ, ਅਭਿਆਸ ਨਹੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।